ਸਰੀ ਦੇ ਸਕੂਲਾਂ ਦੇ ਵਿੱਚ ਡਰੱਗਸ ਦੀ ਬਹੁਤ ਵੱਡੀ ਪ੍ਰੋਬਲਮ ਆ, ਗੈਂਗਸ ਦੀ ਕ੍ਰਾਈਮ ਦੀ ਬਹੁਤ ਵੱਡੀ ਪ੍ਰੋਬਲਮ ਆ ਤੇ ਨਾਲ ਦੀ ਨਾਲ ਇੱਥੋਂ ਤੱਕ ਕਿ ਪੋਰਟੇਬਲਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। 271 ਪੋਰਟੇਬਲ ਸੀਗੇ ਸਨ 2017 ਦੇ ਵਿੱਚ ਸਰੀ ਦੇ ਵਿੱਚ। ਅੱਜ ਦੀ ਤਰੀਕ ਦੇ ਵਿੱਚ ਟੋਟਲ 373 ਪੋਰਟੇਬਲਸ ਆ। ਅਸੀਂ ਪਹਿਲਾਂ ਗਲਤ ਨੰਬਰ 95 ਦਿੰਦੇ ਰਹੇ ਆ, ਸਹੀ ਨੰਬਰ 102 ਪੋਰਟੇਬਲਸ ਐਡ ਹੋਏ ਆ ਜੀ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਦੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਹੈਗੀ ਆ। ਇਹ ਸੱਚ ਹੈਗਾ ਕਿ BC ਲਿਬਰਲ ਸਰਕਾਰ ਨੇ 10 ਲੇਨ ਬ੍ਰਿਜ ਜਿਹੜਾ ਪਹਿਲਾਂ ਆਪਣਾ ਪ੍ਰਪੋਜ਼ ਕੀਤਾ ਸੀਗਾ ਉਹ ਟੋਲ ਬ੍ਰਿਜ ਸੀਗਾ, ਟੋਲ ਲੱਗਣਾ ਸੀ ਉਹਦੇ ਉੱਤੇ, ਔਰ ਉਹਦੇ ਨਾਲ ਜਿਹੜਾ ਸੀਗਾ ਫੈਡਰਲ ਗੌਰਨਮੈਂਟ ਨੇ ਟਰੂਡੋ ਸਾਹਿਬ ਨੇ ਉਸ ਨੂੰ ਫੰਡ ਕਰਨ ਵਾਸਤੇ ਨਾ ਕਰ ਦਿੱਤਾ ਸੀਗਾ। ਅਸੀਂ ਟੋਲ ਫ੍ਰੀ ਕ੍ਰੋਸਿੰਗ ਬਣਾ ਰਹੇ ਹਾਂ, ਟੋਲ ਫ੍ਰੀ ਉਹਨੂੰ ਜਿਹੜਾ ਹੈਗਾ ਪੈਸੇ ਦੇ ਰਿਹਾ, ਟਰੂਡੋ ਨੂੰ ਪੈਸੇ ਦੇ, ਮੇਅਰ ਦੀ ਉਹਨੂੰ ਸਪੋਰਟ ਹੈਗੀ ਹੈ। ਇਹ ਉਹਨੂੰ ਬਦਲ ਰਹੇ ਇਸ ਵੇਲੇ, ਬਦਲ ਕੇ ਉਹਨੂੰ ਸਾਲਾਂ ਬੱਧੀ ਪਿੱਛੇ ਪਾਉਣਗੇ। ਅੱਗੇ ਅਸੀਂ ਬਹੁਤ ਹੀ ਅਹਿਮ ਹਲਕੇ ਦੀ ਗੱਲ ਕਰਨ ਜਾ ਰਹੇ ਹਾਂ, ਸਰੀ ਫਲੀਟਵੁੱਡ ਹਲਕੇ ਦੀ। ਸਭ ਤੋਂ ਪਹਿਲਾਂ ਤਾਂ ਇਸ ਹਲਕੇ ਦੇ ਵਿੱਚ 2017 ਦੇ ਵਿੱਚ ਕੀ ਰਿਹਾ, ਕਿੰਨੀ ਪੋਪੂਲੇਸ਼ਨ ਸੀ, ਵੋਟਰ ਟਰਨਆਊਟ ਜਿਹੜੀ ਸੀ ਉਹ ਕੀ ਰਹੀ ਸੀ, ਸਭ ਤੋਂ ਪਹਿਲਾਂ ਉਸ ਤੇ ਅਸੀਂ ਨਜ਼ਰ ਮਾਰ ਲੈਂਦੇ ਹਾਂ। ਲੈਟਸ ਹੈਵ ਅ ਲੁੱਕ। ਸੋ ਸਰੀ ਫਲੀਟਵੁੱਡ ਹਲਕੇ ਦੀ ਗੱਲ ਕਰਦੇ ਹਾਂ। ਰਜਿਸਟਰਡ ਵੋਟਰ ਜੇ 2017 ਦੇ ਮੁਕਾਬਲੇ ਦੇਖੇ ਜਾਣ ਤਾਂ ਇੱਥੇ 35,025 ਰਹੇ। ਟੋਟਲ ਵੋਟਰਸ 20,848। ਪਰਸੈਂਟੇਜ ਇੱਥੇ 59.52% ਰਹੀ। 2017 ਦੀਆਂ ਚੋਣਾਂ ਦੇ ਵਿੱਚ ਇੱਥੇ ਨਤੀਜਿਆਂ ਦੀ ਗੱਲ ਕਰੀਏ ਤਾਂ NDP ਦੇ ਉਮੀਦਵਾਰ ਜਗਰੂਪ ਬਰਾੜ 11,085 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਸੀ। BC ਲਿਬਰਲ ਦੇ ਵੱਲੋਂ ਪੀਟਰ ਫੌਸਬੈਂਡਰ ਨੂੰ 7,599 ਵੋਟਾਂ ਮਿਲੀਆਂ। ਜੇ ਹੁਣ 2020 ਦੇ ਨਤੀਜਿਆਂ ਦੀ ਅਸੀਂ ਗੱਲ ਕਰ ਲਈਏ ਤਾਂ 2020 ਦੇ ਜੇ ਇੱਥੇ ਚੋਣਾਂ ਦੀ ਗੱਲ ਕਰ ਲਈਏ ਤਾਂ 2020 ਦੇ ਚੋਣ ਮੈਦਾਨ ਦੇ ਵਿੱਚ NDP ਦੇ ਵੱਲੋਂ ਤਾਂ ਜਗਰੂਪ ਬਰਾੜ ਚੋਣ ਮੈਦਾਨ ਦੇ ਵਿੱਚ ਨੇ, ਪਰ ਲਿਬਰਲ ਦੇ ਵੱਲੋਂ ਇੱਥੇ ਗੈਰੀ ਥਿੰਦ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਇਸ ਸੀਟ ਦੇ ਉੱਤੇ ਵੀ ਟੱਕਰ ਜਿਹੜੀ ਹੈ ਉਹ ਫਸਵੀ ਰਹਿ ਸਕਦੀ ਹੈ। ਦੋਵੇਂ ਉਮੀਦਵਾਰ ਆਪਣੇ ਆਪ ਦੇ ਵਿੱਚ ਚੰਗਾ ਖਾਸਾ ਕਹਿ ਸਕਦੇ ਹਾਂ ਕਿ ਆਧਾਰ ਰੱਖਦੇ ਨੇ। ਬਾਕੀ ਇਸ ਹਲਕੇ ਦੇ ਲੋਕਾਂ ਦੇ ਕੀ ਮੁੱਦੇ ਨੇ, ਇਸ ਸੰਬੰਧੀ ਸਾਡੇ ਪੈਨਲਿਸਟ ਜਿਹੜੇ ਨੇ ਉਹ NDP ਉਮੀਦਵਾਰ ਜਗਰੂਪ ਬਰਾੜ ਨੂੰ ਆਪਣਾ ਸਵਾਲ ਕਰ ਸਕਦੇ ਨੇ। ਉਮੀਦਵਾਰ ਦੇ ਕੋਲ ਜਿਹੜਾ ਸਵਾਲ ਜਦੋਂ ਪੁੱਛਿਆ ਜਾਏਗਾ ਤਾਂ ਉਮੀਦਵਾਰ ਦੇ ਕੋਲ ਜਵਾਬ ਦੇਣ ਦੇ ਲਈ ਜਿਹੜਾ ਉਹ 2 ਮਿੰਟ ਹੋਣਗੇ ਤੇ ਪੱਖ ਰੱਖਣ ਵਾਲਾ 1 ਮਿੰਟ ਦੇ ਵਿੱਚ ਆਪਣਾ ਪੱਖ ਜਿਹੜਾ ਰੱਖ ਸਕਦਾ। ਸੋ ਪੈਨਲਿਸਟ ਸਭ ਤੋਂ ਪਹਿਲਾਂ NDP ਉਮੀਦਵਾਰ ਨੂੰ ਆਪਣਾ ਸਵਾਲ ਪੁੱਛ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ ਸਰਨ ਬਰਾੜ ਸਾਹਿਬ, ਥੈਂਕ ਸਾਹਿਬ। ਬਰਾੜ ਸਾਹਿਬ ਜੀ ਆਪਣਾ ਚੈਨਲ ਪੰਜਾਬੀ ਤੇ ਸੋਤਾ ਸਾਹਿਬ ਦੋਨੋਂ ਸੋਤਾ ਸਾਹਿਬ ਤੇ ਸ਼ੈਰੀ ਜੀ ਦਾ ਇਸ ਦਾ ਪ੍ਰਬੰਧ ਕਰਨ ਵਾਸਤੇ ਬਹੁਤ ਮਿਹਰਬਾਨੀ। ਬਰਾੜ ਸਾਹਿਬ ਤੁਹਾਡੇ ਲਈ ਸਵਾਲ ਆ ਜੀ। ਜਿਹੜੇ ਬੈਂਕਟ ਹਾਲ ਵਾਲੇ ਨੇ ਉਹਨਾਂ ਦੀ ਬਹੁਤ ਵੱਡੀ ਨਾਰਾਜ਼ਗੀ ਰਹੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ NDP ਦਾ ਬਾਈਕਾਟ ਕਰਨ ਦੀ ਗੱਲ ਕੀਤੀ। ਅੱਜ ਵੀ ਕਹਿ ਰਹੇ ਆ ਉਹ। ਥੋੜ੍ਹੇ ਦਿਨ ਪਹਿਲਾਂ ਤੱਕ ਟੈਕਸੀ ਵਾਲੇ ਵੀ ਕਹਿ ਰਹੇ ਸੀ, ਹੁਣ ਕਹਿ ਰਹੇ ਕਿ ਨਹੀਂ ਕਹਿ ਰਹੇ, ਮੈਨੂੰ ਉਹਨਾਂ ਬਾਰੇ ਬਹੁਤਾ ਨਹੀਂ ਪਤਾ। ਬੈਂਕਟ ਹਾਲ ਵਾਲਿਆਂ ਦਾ ਇੱਕ ਬੜਾ ਸਖਤ ਇਤਰਾਜ਼ ਆ ਕਿ ਹੋਟਲਾਂ ਦੇ ਬਾਲ ਰੂਮ ਖੁੱਲ੍ਹੇ ਆ। ਜਿਹੜੇ ਬੈਂਕਟ ਹਾਲ ਨੇ ਇਹ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਜਾਂ ਬਹੁਤਿਆਂ ਨੂੰ ਪੰਜਾਬੀ ਓਨ ਕਰਦੇ ਆ, ਇਹਨਾਂ ਨੂੰ ਬੰਦ ਕੀਤਾ ਗਿਆ। ਇਹਦੇ ਪਿੱਛੇ ਕੀ ਰਾਜਨੀਤੀ ਹੈ ਜੀ? ਦੇਖੋ, ਕੋਵਿਡ-19 ਨੇ ਜਿਹੜਾ BC ਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਾਡੀ ਪਬਲਿਕ ਹੈਲਥ ਨੂੰ ਪ੍ਰਭਾਵਿਤ ਕੀਤਾ, ਸਾਡੀ ਜਿਹੜੀ ਇਕੋਨਮੀ ਨੂੰ ਪ੍ਰਭਾਵਿਤ ਕੀਤਾ। ਅੱਜ BC ਦੇ ਵਿੱਚ 1.5 ਲੱਖ ਦੇ ਕਰੀਬ ਜਿਹੜੇ ਲੋਕ ਨੇਗੇ ਉਹ ਬੇਰੁਜ਼ਗਾਰ ਨੇਗੇ, ਔਰ ਬਹੁਤ ਵੱਡੀ ਗਿਣਤੀ ਜਿਹੜੇ ਸਮਾਲ ਤੇ ਮੀਡੀਅਮ ਸਾਈਜ਼ ਬਿਜ਼ਨਸ ਜਿਨ੍ਹਾਂ ਦੇ ਵਿੱਚ ਬੈਂਕਟ ਹਾਲ ਵੀ ਆਉਂਦੇ ਆ ਉਹ ਸਟਰਗਲ ਕਰ ਰਹੇ ਆ ਜਾਂ ਕੁਝ ਬੰਦ ਵੀ ਨੇਗੇ। ਔਰ ਪਬਲਿਕ ਸੇਫਟੀ ਇਸ ਵੇਲੇ ਕਿਉਂਕਿ ਜਿਹੜਾ ਕੋਵਿਡ-19 ਕਰਕੇ ਨੰਬਰ 1 ਪ੍ਰਾਇਓਰਟੀ BC ਦੇ ਵਿੱਚ ਇਹ ਬਣ ਚੁੱਕੀ ਹੈ। ਔਰ ਉਹਦੇ ਵਾਸਤੇ ਜਿਹੜੇ ਫੈਸਲੇ ਕਰਨ ਵਾਲਾ ਵਿਅਕਤੀ ਹੈ ਉਹ ਹੈਗੇ ਡਾਕਟਰ ਬੋਨੀ ਹੈਨਰੀ ਜੋ ਸਾਡੇ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਨੇ। ਔਰ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ, ਜਿਹੜਾ ਐਵੀਡੈਂਸ ਬੇਸਡ ਫੈਸਲਾ ਜੋ ਉਹਨਾਂ ਨੇ ਫੈਸਲਾ ਕੀਤਾ, ਚਾਹੇ ਉਹ ਬੈਂਕਟ ਹਾਲ ਬੰਦ ਕਰਨ ਦੀ ਗੱਲਬਾਤ ਹੋਵੇ, ਚਾਹੇ ਨਾਈਟ ਕਲੱਬ ਕਰਨ ਦੀ ਬੰਦ ਕਰਨ ਦੀ ਗੱਲਬਾਤ ਹੋਵੇ। ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਡਾਕਟਰ ਬੋਨੀ ਹੈਨਰੀ ਨੇ ਜੋ ਸਾਨੂੰ ਨਤੀਜੇ ਦਿੱਤੇ BC ਦੇ ਵਿੱਚ, ਉਹ ਧਰਤੀ ਦੇ ਉੱਤੇ ਬਿਹਤਰੀਨ ਨਤੀਜੇ ਨੇ ਲੋਕਾਂ ਨੂੰ ਸੇਵ ਕੀਤਾ। 2% ਜਿਹੜੇ ਅਸੀਂ ਸੇਫ
ਆਪਣਾ ਥਾਵਾਂ ਦੇ ਵਿੱਚੋਂ ਅਸੀਂ ਹੈਗੇ, ਜਿਹਦੇ ਕਰਕੇ ਸਾਡੇ ਸੂਬੇ ਦੀ ਇਕੋਨਮੀ ਸਭ ਤੋਂ ਬਿਹਤਰ ਚੱਲ ਰਹੀ ਹੈ, ਕਿਉਂਕਿ ਸਾਡੀ ਆਲਮੋਸਟ 90% ਜਿਹੜੀ ਇਕੋਨਮੀ ਇਸ ਵੇਲੇ ਖੁੱਲ੍ਹੀ ਹੈ। ਸੋ ਇਸ ਕਰਕੇ ਜਿਹੜਾ ਹੈਗਾ, ਅਸੀਂ ਚਾਹੇ ਬੈਂਕਟ ਹਾਲ ਦੀ ਗੱਲਬਾਤ ਕਰੀਏ ਜਾਂ ਨਾਈਟ ਕਲੱਬ ਦੀ ਗੱਲਬਾਤ ਕਰੀਏ, ਉਹਨਾਂ ਨੂੰ ਜੇ ਅਸੀਂ ਦੁਬਾਰਾ ਰੀਓਪਨ ਕਰਨਾ ਤਾਂ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਪਾਥ ਹੈਗਾ, ਪਾਥ ਫਾਰਵਰਡ ਇਹੀ ਹੈ ਕਿ BC ਦੇ ਜਿਹੜਾ ਲੋਕਾਂ ਨੂੰ ਸੇਫ ਬਣਾ ਕੇ ਰੱਖਿਆ ਜਾਵੇ। ਜਿੰਨੀ ਇੱਥੇ ਸੇਫਟੀ ਅਸੀਂ ਵਧਾ ਸਕਦੇ ਹਾਂ, ਉਨੀ ਅਸੀਂ ਬਿਜ਼ਨਸ ਹੋਰ ਖੋਲ੍ਹ ਸਕਦੇ ਹਾਂ। ਮੈਨੂੰ ਇਸ ਗੱਲ ਦਾ ਮਾਣ ਹੈ ਕਿ BC ਦੇ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਇਕਨੋਮਿਕ ਸੈਕਟਰ ਇਸ ਵੇਲੇ ਖੁੱਲ੍ਹੇ ਨੇ ਨੈਸ਼ਨਲੀ। ਅਸੀਂ ਤਾਂ ਖੋਲ੍ਹ ਸਕੇ ਕਿ ਡਾਕਟਰ ਬੋਨੀ ਹੈਨਰੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ, ਔਰ ਮੈਂ ਜਿਹੜੇ ਆਪਣੇ ਬੈਂਕਟ ਹਾਲ ਐਸੋਸੀਏਸ਼ਨ ਹੈਗੀ ਹੈ ਉਹਨਾਂ ਦੇ ਨਾਲ ਅਸੀਂ ਕੰਮ ਕਰਨ ਨੂੰ ਤਿਆਰ ਹਾਂ। ਜਿਹੜੇ ਉਹਨਾਂ ਦੇ ਮੁੱਦੇ ਹੈ ਉਹ ਗੱਲਬਾਤ ਸੁਣਨ ਤੋਂ ਬਾਅਦ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ, ਔਰ ਸੇਫਟੀ ਦੇ ਆਧਾਰ ਦੇ ਉੱਤੇ ਉਹਨਾਂ ਦੀ ਜਿਹੜੀ ਪਲੈਨਿੰਗ ਬਣਾ ਕੇ ਉਹਨੂੰ ਪੇਸ਼ ਕੀਤਾ ਜਾ ਸਕਦਾ ਹੈ। ਮੈਨੂੰ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਸੰਪਰਕ ਕੀਤਾ, ਔਰ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਜੇ ਮੈਨੂੰ ਦੁਬਾਰਾ ਮੌਕਾ ਮਿਲਦਾ ਹੈ ਤਾਂ ਉਹ ਅਸੀਂ ਜਿਹੜਾ ਸਰਕਾਰ ਤੱਕ ਲਿਜਾ ਕੇ ਜਿਹੜਾ ਇਹਦੇ ਵਿੱਚ ਕੋਈ ਸੇਫਟੀ ਪਲਾਨ ਬਣਾ ਕੇ ਜੇ ਉਹਨੂੰ ਦੁਬਾਰਾ ਰੀਓਪਨ ਹੋ ਸਕਦਾ ਤਾਂ ਅਸੀਂ ਉਹਦੇ 'ਤੇ ਕੰਮ ਕਰਨ ਵਾਸਤੇ ਮੁਕੰਮਲ ਤਿਆਰ ਹਾਂ। ਜੀ ਗੈਰੀਥਨ ਜੀ, ਕੀ ਕਹਿਣਾ ਚਾਹੋਗੇ ਇਸ 'ਤੇ? ਦੇਖੋ ਜੀ, ਬਰਾੜ ਸਾਹਿਬ ਜਿਹੜੇ ਆਪਣੇ ਬੈਂਕਟ ਹਾਲ ਵਾਲੀ ਯੂਨੀਅਨ ਹੈਗੀ ਆ, ਜਿਹੜੇ ਉਹਨਾਂ ਦੇ ਇੱਥੋਂ ਦੇ ਮੈਂਬਰ ਹੈਗੇ ਆ, ਉਹਨਾਂ ਨਾਲ ਜਿਹੜੀ ਮੁਲਾਕਾਤ ਹੋਈ, ਉਹ ਕਹਿੰਦੇ ਜੀ ਵੀ ਸਾਡੀ ਤਾਂ ਗੱਲਬਾਤ ਵੀ ਨਹੀਂ ਸੁਣੀ। ਇੱਥੋਂ ਦੇ ਲੋਕਲ ਜਿਹੜੇ ਨੁਮਾਇੰਦੇ ਸੀਗੇ, ਸਾਨੂੰ ਤਾਂ ਮੀਟਿੰਗ ਤੱਕ ਨਹੀਂ ਦਿੱਤੀ ਉਹਨਾਂ ਨੇ, ਤੇ ਤੁਸੀਂ ਐਡੀਆਂ ਵੱਡੀਆਂ ਗੱਲਾਂ ਕਰਕੇ ਜੀ ਆਪਣੀ ਡਿਬੇਟ ਦੇ ਵਿੱਚ, ਜੇ ਤੁਸੀਂ ਆਪਣੇ ਕੌਂਸਟੀਟੂਐਂਟਸ ਦੀ ਗੱਲ ਹੀ ਨਹੀਂ ਸੁਣਨੀ, ਤੁਸੀਂ ਉਹਨਾਂ ਦੇ ਹੱਕ ਦੀ ਤੁਸੀਂ ਕਿੱਦਾਂ ਕੋਈ ਨੁਮਾਇੰਦਗੀ ਆ ਜਾ ਕੇ ਵਿਕਟੋਰੀਆ ਦੇ ਵਿੱਚ ਕਰ ਸਕਦੇ ਹੋ? ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਡੀਆਂ 1700 ਜੌਬਸ ਜਿਹੜੀਆਂ ਸਰੀ ਦੇ ਬੈਂਕਟ ਹਾਲਸ ਦੀਆਂ ਲੂਜ਼ ਹੋਈਆਂ, ਜਿਹੜਾ ਇਹਦਾ ਤੁਸੀਂ ਡਾਕਟਰ ਬੋਨੀ ਹੈਨਰੀ ਦੇ ਮੋਢੇ ਦੇ ਉੱਤੇ ਰੱਖ ਕੇ ਜਿਹੜੀ ਬੰਦੂਕ ਚਲਾ ਰਹੇ ਹੋ, ਉਹ ਵੀ ਗਲਤ ਗੱਲ ਹੈ। ਕਿਉਂਕਿ ਹੈਨਰੀ ਇਸ ਪ੍ਰੋਵਿੰਸ ਐਬਸੋਲੂਟਲੀ ਮੈਂ ਕਹਿ ਰਿਹਾ ਜੀ, ਸਾਰਿਆਂ ਨਾਲੋਂ ਇੱਕ ਬਹੁਤ ਹੀ ਚੰਗੇ ਅਦਾਰੇ ਤੇ ਬੈਠੇ ਆ। ਸ਼ੀ ਇਜ਼ ਡੂਇੰਗ ਵੰਡਰਫੁਲ ਜੌਬ। ਲੈਟ ਮੀ ਸਪੀਕ ਬਰਾੜ ਸਾਹਿਬ, ਲੈਟ ਮੀ ਸਪੀਕ ਬਰਾੜ ਸਾਹਿਬ। ਸਾਰਿਆਂ ਨਾਲੋਂ ਚੰਗੇ ਅਦਾਰੇ ਤੇ ਬੈਠੀ, ਸ਼ੀ ਇਜ਼ ਡੂਇੰਗ ਵੰਡਰਫੁਲ ਜੌਬ। ਫਿਲਹਾਲ ਗੈਰੀ ਜੀ, ਫਿਲਹਾਲ ਸਮਾਂ ਇੱਥੇ ਮੁੱਕਦਾ ਹੈ, ਪਰ ਤੁਹਾਨੂੰ ਹੁਣ ਮੌਕਾ ਜ਼ਰੂਰ ਦਿੱਤਾ ਜਾਏਗਾ। ਫਿਲਹਾਲ ਪੈਨਲਿਸਟ ਜਿਹੜੇ ਨੇ ਉਹ ਗੈਰੀ ਥਿੰਦ ਹੋਰਾਂ ਨੂੰ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਨੇ। ਥੈਂਕ ਸਾਹਿਬ, ਤੁਸੀਂ ਸਕੂਲ ਟਰਸਟੀ ਰਹੇ ਹੋ ਜੀ, ਹੁਣ ਵੀ ਸਕੂਲ ਟਰਸਟੀ ਹੋ ਸਰੀ ਦੇ ਵਿੱਚ, ਅਤੇ ਸਕੂਲ ਟਰਸਟੀ ਹੁੰਦਿਆਂ ਮੈਨੂੰ ਆਸ ਹੈ ਕਿ ਤੁਹਾਨੂੰ ਬਹੁਤ ਤਜਰਬਾ ਹੋਊਗਾ ਕਿ ਸਰੀ ਦੇ ਵਿੱਚ ਸਕੂਲਾਂ ਦੀ ਜਿਹੜੀ ਹਾਲਤ ਹੈ ਉਹ ਕੀ ਆ। ਸਰੀ ਦੇ ਸਕੂਲਾਂ ਦੇ ਵਿੱਚ ਡਰੱਗਸ ਦੀ ਬਹੁਤ ਵੱਡੀ ਪ੍ਰੋਬਲਮ ਹੈ, ਗੈਂਗਸ ਦੀ, ਕ੍ਰਾਈਮ ਦੀ ਬਹੁਤ ਵੱਡੀ ਪ੍ਰੋਬਲਮ ਆ, ਅਤੇ ਨਾਲ ਦੀ ਨਾਲ ਇੱਥੋਂ ਤੱਕ ਕਿ ਪੋਰਟੇਬਲਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਜੀ। ਤੁਸੀਂ ਸਕੂਲ ਟਰਸਟੀ ਹੁੰਦਿਆਂ ਬਹੁਤ ਕੁਝ ਜਾਣਿਆ ਹੋਊਗਾ। ਹੁਣ ਤੁਸੀਂ MLA ਦੇ ਵਾਸਤੇ ਖੜ੍ਹੇ ਹੋ, ਅਜਿਹਾ ਕੀ ਰਹਿ ਗਿਆ ਤੁਹਾਡੇ ਕੋਲੋਂ ਕਰਨਾ ਸਕੂਲ ਟਰਸਟੀ ਵਜੋਂ, ਜਿਹੜਾ ਕਿ ਤੁਸੀਂ ਹੁਣ MLA ਵਜੋਂ ਕਰਨਾ ਚਾਹੁੰਦੇ ਆ? ਅਤੇ ਨਾਲ ਇਹ ਵੀ ਦੱਸ ਦਿਓ ਕਿ NDP ਨੇ ਕੀ ਨਹੀਂ ਕੀਤਾ ਜੋ ਤੁਸੀਂ ਕਰਨਾ ਚਾਹੁੰਦੇ ਹੋ। ਦੇਖੋ ਜੀ, ਜਦੋਂ ਇਹ ਸਰਕਾਰ 2017 ਦੇ ਇਲੈਕਸ਼ਨ ਸੀਗੇ, ਹਰੇਕ NDP ਦਾ ਜਿਹੜਾ ਉਮੀਦਵਾਰ ਸੀਗਾ, ਸਣੇ ਜਿਹੜੇ ਇਹਨਾਂ ਦੇ ਲੀਡਰ ਸੀਗੇ ਜੌਨ ਹੌਰਗਨ ਸਾਹਿਬ, ਉਹਨਾਂ ਨੇ ਹੱਥ ਚੱਕ ਕੇ ਕਿਹਾ ਸੀ ਅਸੀਂ ਸਰੀ ਦੇ ਵਿੱਚੋਂ ਅਗਲੇ 2 ਸਾਲਾਂ ਦੇ ਵਿੱਚੋਂ ਪੋਰਟੇਬਲ ਜਿਹੜੇ 50% ਘਟਾ ਦਿਆਂਗੇ, ਅਗਲੇ 4 ਸਾਲਾਂ ਦੇ ਵਿੱਚ ਪੋਰਟੇਬਲ ਜਿਹੜੇ ਬਿਲਕੁਲ ਖਤਮ ਕਰ ਦਿਆਂਗੇ। ਆ ਮੇਰੇ ਕੋਲ ਫੈਕਟਸ ਐਂਡ ਫਿਗਰ ਹੈਗੇ ਆ ਸੋਤਾ ਸਾਹਿਬ। 271 ਪੋਰਟੇਬਲ ਸੀਗੇ ਸਨ 2017 ਦੇ ਵਿੱਚ ਸਰੀ ਦੇ ਵਿੱਚ। ਅੱਜ ਦੀ ਤਰੀਕ ਦੇ ਵਿੱਚ ਟੋਟਲ 373 ਪੋਰਟੇਬਲਸ ਆ। ਅਸੀਂ ਪਹਿਲਾਂ ਗਲਤ ਨੰਬਰ 95 ਦਿੰਦੇ ਰਹੇ ਆ, ਸਹੀ ਨੰਬਰ 102 ਪੋਰਟੇਬਲਸ ਐਡ ਹੋਏ ਆ ਜੀ ਪਿਛਲੇ 3 ਸਾਲਾਂ ਦੇ ਵਿੱਚ, ਜਦੋਂ ਦੀ ਇਹ ਸਰਕਾਰ ਹੋਣ ਦੇ ਵਿੱਚ ਆਈ ਹੈਗੀ ਆ। ਸੋ ਮੈਨੂੰ ਦੱਸੋ ਵੀ ਜਿਹੜਾ ਤੁਸੀਂ ਕੌਂਸਟੀਟੂਐਂਟਸ ਨਾਲ ਆਪਣੇ ਨਾਲ ਵਾਅਦਾ ਕੀਤਾ ਹੈਗਾ, ਤੁਹਾਡਾ ਇਲੈਕਸ਼ਨ ਪਲੇਟਫਾਰਮ ਸੀਗਾ, ਉਹ ਵਾਅਦੇ ਦਾ ਕੀ ਹੋਇਆ? ਕੀ ਤੁਸੀਂ ਲੋਕਾਂ ਨੂੰ ਸਿਰਫ ਝੂਠ ਬੋਲ ਕੇ ਹੀ ਆਪਣੀਆਂ ਜਿਹੜੀਆਂ ਵੋਟਾਂ ਲੈਣੀਆਂ ਸੀਗੀਆਂ? ਕੀ ਤੁਸੀਂ ਲੋਕਾਂ ਨੂੰ ਸਿਰਫ ਝੂਠ ਬੋਲ ਕੇ ਹੀ ਹਸਪੀਟਲ ਦਾ ਵਾਅਦਾ ਕਰਕੇ ਵੋਟਾਂ ਲੈਣੀਆਂ ਸੀ? ਕੀ ਤੁਸੀਂ ਲੋਕਾਂ ਨੂੰ ਸਿਰਫ ਝੂਠ ਬੋਲ ਕੇ ਹੀ ਆਪਣੀ ਟੈਕਸੀ ਇੰਡਸਟਰੀ ਦਾ ਵਾਅਦਾ ਕਰਕੇ ਵੀ ਅਸੀਂ ਉਬਰ ਨਹੀਂ ਆਉਣ ਦਿਆਂਗੇ ਸਰੀ ਦੇ ਵਿੱਚ, ਉਸੇ ਕਰਕੇ ਹੀ ਤੁਸੀਂ ਵੋਟਾਂ ਲੈਣੀਆਂ ਸੀ? ਇਹੋ ਜਿਹੇ ਜਿਹੜੇ ਵਾਅਦੇ ਆ, ਇਹ NDP ਸਰਕਾਰ ਹਮੇਸ਼ਾ ਹੀ ਹਿਸਟੋਰੀਕਲੀ ਜਿਹੜੀ ਝੂਠੇ ਵਾਅਦੇ ਕਰਕੇ, ਔਰ ਹੁਣ ਫਿਰ ਇਹ ਵਾਅਦਾ ਕਰ ਰਹੇ ਆ ਇੱਕ ਝੂਠਾ ਲੋਕਾਂ ਨੂੰ ਵੀ ਅਸੀਂ ਪਾਵਰ ਵਿੱਚ ਆਵਾਂਗੇ ਤੇ ਅਸੀਂ ਇਕੋਨਮੀ ਨੂੰ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਲਾਂਗੇ, ਅਸੀਂ ਜਿਹੜਾ ਸੂਬੇ ਨੂੰ ਅੱਗੇ ਲੈ ਜਾਾਂਗੇ। ਪਰ ਮੈਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਦੀ ਇਹਨਾਂ ਦੀ ਪਲੈਨਿੰਗ ਹੈਗੀ ਆ ਵੀ ਕੋਈ ਇਨਕਮ ਤਾਂ ਕਿਸੇ ਪਾਸਿਓਂ ਅਸੀਂ ਜਨਰੇਟ ਕਰਨ ਦੀ ਗੱਲ ਨਹੀਂ ਕਰ ਰਹੇ ਹੈਗੇ, ਪਰ ਅਸੀਂ ਖਰਚੇ ਜਿਹੜੇ ਆ ਉਹ $9 ਬਿਲੀਅਨ ਦਾ ਅਸੀਂ ਪਲੇਟਫਾਰਮ ਬਣਾ ਕੇ ਰੱਖਤਾ। $9 ਬਿਲੀਅਨ ਦਾ ਪਲੇਟਫਾਰਮ ਹੈਗਾ। ਤੁਸੀਂ ਨਾਲ ਮੈਨੂੰ ਇਹ ਦੱਸੋ ਵੀ ਜਿਹੜੀ ਇਨਕਮ ਹੈ ਉਹ ਕਿੱਧਰੋਂ ਆਉਣੀ ਹੈਗੀ ਆ, ਕਿਉਂਕਿ ਇਨਕਮ ਜ਼ਰੂਰੀ ਆ। ਉਹਦੇ ਲਈ ਉਹੀ ਸਰਕਾਰ ਕਾਮਯਾਬ ਹੋ ਸਕਦੀ ਆ ਜਿਹਦੇ ਕੋਲ ਇੱਕ ਬਿਜ਼ਨਸ ਮਾਈਂਡ ਸੈੱਟ ਹੋਵੇ, ਨਾ ਕਿ ਜਿਹੜੇ ਵੱਡੀਆਂ ਯੂਨੀਅਨਸ ਦੇ ਲੀਡਰ ਆ ਉਹਨਾਂ ਦੀਆਂ ਤੁਸੀਂ ਜਿਹੜੀਆਂ ਜੇਬਾਂ ਭਰਦੇ ਰਹੋ। ਧੰਨਵਾਦ।
ਜੀ ਜਗਰੂਪ ਜੀ ਕੀ ਕਹਿਣਾ ਚਾਹੋਗੇ ਜਵਾਬ? ਦੇਖੋ ਜੀ, ਇਹ ਬੜੀ ਸਪਸ਼ਟ ਹੈ ਕਿ ਇਹਨਾਂ ਦੇ ਕੋਲੇ ਕੋਈ ਮੁੱਦਾ ਨਹੀਂਗਾ ਕਿ ਲੋਕਾਂ ਨੂੰ ਵਾਰ-ਵਾਰ ਝੂਠ ਕਹਿ ਕੇ ਤੁਸੀਂ ਲੋਕਾਂ ਦੀਆਂ ਵੋਟਾਂ ਨਹੀਂ ਲੈ ਸਕਦੇ। ਲੋਕਾਂ ਨੂੰ ਦੱਸਣਾ ਪੈਂਦਾ ਕਿ ਕੰਮ ਕੀ ਕਰਨਾ। ਸਵਾਲ ਪੁੱਛਿਆ ਗਿਆ ਸੀਗਾ ਐਜੂਕੇਸ਼ਨ ਦੇ ਉੱਤੇ, ਤੁਹਾਡੇ ਲਈ ਬੜਾ ਢੁਕਵਾਂ ਸਵਾਲ ਸੀ, ਤੁਸੀਂ ਸਕੂਲ ਟਰਸਟੀ ਹੋ ਔਰ ਤੁਹਾਨੂੰ ਵਧੀਆ ਉੱਤਰ ਦੇਣਾ ਚਾਹੀਦਾ ਸੀਗਾ। ਵਧੀਆ ਹੀ ਉੱਤਰ ਹੈ ਸਵਾਲ ਇਹ ਹੈ ਜੀ, ਉਹਦਾ ਉੱਤਰ ਇਹ ਹੈ ਜੀ ਕਿ ਜਿਹੜਾ BC ਲਿਬਰਲ ਸਰਕਾਰ ਨੇ ਜੀ ਸਰੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬੱਚਿਆਂ ਦੀ ਗਿਣਤੀ ਵਧ ਰਹੀ ਹੈ। BC ਲਿਬਰਲ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਦੇ ਵਿੱਚ ਇੱਕ ਸਕੂਲ ਬਣਾਇਆ। ਇਹ ਜੇ ਗਲਤ 16 ਸਾਲ ਸਰਕਾਰ ਰਹੀ ਆ, 60 ਸਕੂਲ ਬਣੇ ਆ। ਮੇਰੇ ਕੋਲੇ ਲਿਸਟ ਹੈਗੀ ਆ, ਸੋਤਾ ਸਾਹਿਬ ਤੁਹਾਨੂੰ ਦੇਣਾ। ਇੰਟਰਵਿਊ ਨਹੀਂ ਕੀਤਾ 16 ਗਲਤ ਇਨਫੋਰਮੇਸ਼ਨ ਨਾ ਦਿਓ। 16 ਸਾਲ ਸਰਕਾਰ ਰਹੀ, 60 ਸਕੂਲ ਬਣੇ ਆ, ਲਿਸਟ ਹੈਗੀ ਮੇਰੇ ਕੋਲ। ਉੱਤਰ ਸੁਣੋ। ਪਿਛਲੇ 3 ਸਾਲਾਂ ਦੇ ਵਿੱਚ ਇੱਕ ਸਕੂਲ ਬਣਾਇਆ। ਜੇ ਇਹ ਗਲਤ ਹੈ ਤਾਂ ਮੈਨੂੰ ਕਹਿਣ। ਇਹ $100 ਮਿਲੀਅਨ ਦੀ ਅਨਾਉਂਸਮੈਂਟ BC ਸਰਕਾਰ ਨੇ $100 ਮਿਲੀਅਨ ਦੀ ਅਨਾਉਂਸਮੈਂਟ ਕੀਤੀ ਸੀ ਲਿਬਰਲ ਸਰਕਾਰ ਨੇ। ਡਿਬੇਟ ਨਹੀਂ ਹੋਣੀ ਹੈ ਨਾ। ਨਹੀਂ ਪਰ ਤੁਸੀਂ ਗਲਤ ਇਨਫੋਰਮੇਸ਼ਨ ਨਾ ਦਿਓ। $100 ਮਿਲੀਅਨ ਦੀ ਅਨਾਉਂਸਮੈਂਟ ਕੀਤੀ ਸੀ 2017 ਚ BC ਲਿਬਰਲ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ। NDP ਸਰਕਾਰ ਨੇ ਜੀ 3 ਸਾਲਾਂ ਦੇ ਨਵੇਂ ਸਕੂਲ ਸੀਗੇ, ਉਹਦੇ ਵਿੱਚ ਫਿਲਹਾਲ ਜੀ ਜਗਰੂਪ ਜੀ ਇੱਥੇ ਜਿਹੜਾ ਇਹ ਵਾਲਾ ਜਿਹੜਾ ਸਮਾਂ ਉਹ ਸਮਾਪਤ ਹੁੰਦਾ ਹੈ। ਪਰ ਪੈਨਲਿਸਟ ਨਹੀਂ ਸਰ, ਤੁਹਾਨੂੰ ਪੂਰਾ ਮੌਕਾ ਦਿੱਤਾ ਜਾਏਗਾ। ਪੈਨਲਿਸਟ ਇਸ ਵੇਲੇ ਜਗਰੂਪ ਬਰਾੜ ਜੀ ਨੂੰ ਆਪਣਾ ਸਵਾਲ ਕਰ ਸਕਦੇ ਨੇ। ਬੇਨਤੀ ਹੈ ਕਿ ਜਿਵੇਂ ਜਿਵੇਂ ਸਮਾਂ ਅਲਾਟ ਕੀਤਾ ਜਾਂਦਾ ਉਸ ਸਮੇਂ ਦੇ ਵਿੱਚ ਉਹੀ ਕੈਂਡੀਡੇਟ ਬੋਲੇ। ਡਿਬੇਟ ਕਰਨ ਲਈ ਤੁਹਾਨੂੰ ਦੋਹਾਂ ਨੂੰ ਅੱਡ ਸਮਾਂ ਦਿੱਤਾ ਜਾਣਾ 2-2 ਮਿੰਟ ਦਾ। ਤੁਸੀਂ ਦੋਵੇਂ ਜਾਣੇ 2-2 ਸਵਾਲ ਕਰ ਸਕਦੇ ਆ। ਉਹ ਜਿਹੜੀ ਆਪਣੀ ਬਹਿਸ ਹੈਗੀ ਆ, ਸਵਾਲ ਹੈ ਇੱਕ ਦੂਜੇ ਨੂੰ ਕਰਨ ਵਾਲੇ, ਉਸ ਸਮੇਂ 'ਚ ਕਰਿਓ। ਹਾਲ ਦੀ ਘੜੀ ਤੁਸੀਂ ਜਿਹੜੇ ਪੈਨਲਿਸਟ ਦੇ ਸਵਾਲ ਆ ਪਲੀਜ਼ ਉਹ ਦਿਓ ਤਾਂ ਕਿ ਆਪਾਂ ਜ਼ਾਬਤਾ ਜਿਹੜਾ ਆ ਉਹ ਕਾਇਮ ਰੱਖ ਸਕੀਏ। ਬਰਾੜ ਸਾਹਿਬ, ਤੁਸੀਂ ਕਈ ਵਾਰੀ MLA ਚੁਣੇ ਆ। ਤੁਹਾਡੇ ਰਾਜ ਦੇ ਵਿੱਚ ਜੰਮਿਓ ਕਾਲੇ ਕਾਂ ਚਿੱਟੇ ਹੋ ਗਏ ਜੀ ਆਲਮੋਸਟ। ਅਤੇ ਸਰੀ ਹਸਪਤਾਲ ਦਾ ਮਸਲਾ ਜਦੋਂ ਤੁਸੀਂ MLA ਪਹਿਲੀ ਵਾਰੀ ਬਣੇ ਆ ਉਦੋਂ ਵੀ ਉਨਾ ਹੀ ਸੀਗਾ ਅਤੇ ਅੱਜ ਵੀ ਉਹ ਮਸਲਾ ਉੱਥੇ ਹੀ ਖੜ੍ਹਾ ਹੈ ਜੀ। ਵਾਅਦੇ ਬੜੇ ਹੋ ਰਹੇ ਆ। ਵੈਨਕੂਵਰ ਸੇਂਟ ਪਾਲ ਹਸਪਤਾਲ ਹੌਰੀਗਨ ਸਾਹਿਬ ਕਹਿੰਦੇ ਵੀ ਇੰਨੀ ਤਰੀਕ ਨੂੰ ਬਣਨਾ ਸ਼ੁਰੂ ਹੋ ਜਾਣਾ, ਇੰਨੀ ਤਰੀਕ ਨੂੰ ਚਾਲੂ ਹੋ ਜਾਣਾ ਜੀ। ਸਰੀ ਹਸਪਤਾਲ ਬਾਰੇ ਕੁਛ ਵੀ ਤਣ ਪੱਤਣ ਕੋਈ ਲੜ ਪੱਤਾ ਫੜਾਇਆ ਨਹੀਂ ਜਾ ਰਿਹਾ ਵੀ ਕਿੰਨੀ ਤਰੀਕ ਨੂੰ ਇਹਦੀ ਕੰਸਟਰਕਸ਼ਨ ਸ਼ੁਰੂ ਹੋਣੀ ਆ, ਕਿੰਨੀ ਤਰੀਕ ਨੂੰ ਇਹਦੀ ਕੰਸਟਰਕਸ਼ਨ ਬੰਦ ਹੋਣੀ ਆ। ਮੇਰਾ ਤੁਹਾਨੂੰ ਸਵਾਲ ਇਹ ਆ ਕਿ ਦਿਨ ਨਹੀਂ ਤਾਂ ਮਹੀਨਾ ਦੱਸ ਦਿਓ, ਮਹੀਨਾ ਨਹੀਂ ਤਾਂ ਸਾਲ ਦੱਸ ਦਿਓ ਕਿ ਸਰੀ ਨਿਵਾਸੀਆਂ ਨੂੰ ਦੂਜਾ ਹਸਪਤਾਲ ਕਦੋਂ ਨਸੀਬ ਹੋ ਜਾਊਗਾ ਜੀ। ਬਹੁਤ ਅੱਛਾ ਸਵਾਲ ਹੈ ਜੀ। ਮੈਂ ਕੁਇਕਲੀ ਜਿਹੜਾ ਐਜੂਕੇਸ਼ਨ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਸਕੂਲ ਬਣਾਇਆ ਔਰ ਅਸੀਂ 3 ਸਾਲਾਂ ਦੇ ਵਿੱਚ ਜਿਹੜਾ 16 ਸਕੂਲ ਜਾਂ ਫੁੱਲ ਸਕੂਲ ਤੇ ਜਾਂ ਐਡੀਸ਼ਨ ਜਿਹੜੀਆਂ ਬਣਾਉਣ ਜਾ ਰਹੇ ਹਾਂ। $403 ਮਿਲੀਅਨ ਇਹ ਸਕੂਲ ਟਰਸਟੀ ਨੇ ਪਤਾ ਇਹਨਾਂ ਨੂੰ 3 ਸਾਲਾਂ ਦੇ ਵਿੱਚ ਦੇ ਦਿੱਤੇ ਗਏ। $100 ਮਾਈਨਸ ਕਰੋ ਜੀ। $403 ਮਿਲੀਅਨ ਦੇ ਦਿੱਤੇ ਗਏ ਨੇ ਇਹਨਾਂ ਨੂੰ। 4200 ਟੀਚਰ ਭਰਤੀ ਕੀਤਾ ਗਿਆ, 2000 ਅਸਿਸਟੈਂਟ ਟੀਚਰ ਭਰਤੀ ਕੀਤਾ ਗਿਆ। ਜੇ ਲਿਬਰਲ ਸਰਕਾਰ 16 ਸਾਲਾਂ ਦੇ ਵਿੱਚ ਇੰਨਾ ਕੰਮ ਕਰ ਦਿੰਦੀ ਜਿੰਨਾ ਅਸੀਂ 3 ਸਾਲਾਂ 'ਚ ਕੀਤਾ ਤਾਂ ਸਾਨੂੰ ਪੋਰਟੇਬਲ ਦਾ ਸਵਾਲ ਹੋਣਾ ਨਹੀਂ ਸੀਗਾ। 7200 ਸੀਟਾਂ ਸੀਗੀਆਂ ਉਸ ਵੇਲੇ, ਅੱਜ 8900 ਸੀਟਾਂ ਅਸੀਂ ਬਣਾ ਰਹੇ ਹਾਂ। ਹਸਪੀਟਲ ਦੀ ਗੱਲ ਹੈਗੀ ਹੈ। ਪਿਛਲੀ ਸਰਕਾਰ ਨੇ 25 ਸਾਲ ਪਹਿਲਾਂ ਜਿਹੜਾ ਹਸਪਤਾਲ ਵਾਸਤੇ ਜ਼ਮੀਨ ਖਰੀਦੀ NDP ਸਰਕਾਰ ਨੇ। 2 ਵਾਰੀ ਗੌਰਡਨ ਕੈਂਪਬੈਲ ਨੇ ਉੱਥੇ ਜਾ ਕੇ ਐਲਾਨ ਕੀਤਾ ਕਿ ਮੈਂ ਹਸਪਤਾਲ ਬਣਾਊਂਗਾ। ਉਦੋਂ ਬਾਅਦ ਜਿਹੜਾ ਵਿਲਕਨਸਨ ਸਾਹਿਬ ਜਦੋਂ ਮਿਨਿਸਟਰ ਸੀਗੇ ਇਹਨਾਂ ਨੇ ਉਹ ਜ਼ਮੀਨ ਵੇਚੀ ਆਪਣੇ ਇੱਕ ਡਿਵੈਲਪਰ ਸਾਥੀ ਨੂੰ। $3 ਮਿਲੀਅਨ ਉਹਦੀ ਕੀਮਤ ਘਟਾ ਕੇ ਉਹ ਜ਼ਮੀਨ ਵੇਚੀ। ਗੈਰੀ ਥਿੰਦ ਸਾਹਿਬ ਨੇ ਉੱਥੇ ਜਾ ਕੇ ਇਤਰਾਜ਼ ਕਰਕੇ ਰੈਲੀ ਕੀਤੀ ਉਸ ਥਾਂ ਦੇ ਉੱਤੇ ਜਾ ਕੇ, ਮੀਡੀਆ ਬੁਲਾ ਕੇ ਇਹਨਾਂ ਨੇ ਕੀਤੀ। ਉਦੋਂ ਇਹ ਚੰਗੇ ਸ਼ਹਿਰੀ ਸੀਗੇ, ਅੱਜ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ। ਅੱਜ ਇਹਨਾਂ ਦੀ ਪੋਜੀਸ਼ਨ ਕੁਛ ਹੋਰ ਹੋ ਸਕਦੀ ਹੈ। ਉੱਥੇ ਜਿਹੜੀ ਹੈਗੀ ਆ, ਜੇ ਉਹ ਜ਼ਮੀਨ ਨਾ ਵੇਚੀ ਹੁੰਦੀ ਤਾਂ ਉਹਦੀ ਸਾਰੀ ਅੱਜ ਸ਼ੁਰੂ ਹੋ ਜਾਣੀ ਸੀਗੀ। ਜ਼ਮੀਨ ਲੈ ਲਈ ਗਈ ਹੈ ਜਿਹਦੀ, ਉਹਦੇ ਬਿਜ਼ਨਸ ਪਲਾਨ ਬਣ ਰਹੀ ਹੈ। ਬਿਜ਼ਨਸ ਪਲਾਨ ਇਸ ਸਾਲ ਦੇ ਐਂਡ ਤੱਕ ਜਿਹੜੀ ਉਹ ਕੰਪਲੀਟ ਹੋ ਜਾਣੀ ਹੈ। ਉਸ ਤੋਂ ਬਾਅਦ ਉਹਦੀ ਟੈਂਡਰਿੰਗ ਸ਼ੁਰੂ ਹੋ ਜਾਣੀ ਹੈ ਔਰ ਟੈਂਡਰਿੰਗ ਦੇ ਉੱਤੇ 1 ਸਾਲ ਲੱਗਦਾ। ਸੋਤਾ ਸਾਹਿਬ ਜਿਹੜਾ ਐਡਾ ਵੱਡਾ ਪ੍ਰੋਜੈਕਟ ਹੈ, ਚਾਹੇ ਉਹ ਲਿਬਰਲ ਸਰਕਾਰ ਹੋਵੇ ਚਾਹੇ NDP ਸਰਕਾਰ ਹੋਵੇ, 1 ਸਾਲ ਲੱਗਦਾ ਹੈ। ਸੋ 2021 ਦੇ ਐਂਡ ਤੱਕ ਜਿਹੜੀ ਹੈਗੀ ਉਹਦੀ ਕੰਸਟਰਕਸ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈਗੀ ਜੇ ਨਵੇਂ ਹਸਪਤਾਲ ਦੀ। ਜੇ ਲਿਬਰਲ ਬਣ ਗਈ ਤਾਂ ਇਹਨਾਂ ਨੇ ਜੋ ਜ਼ਮੀਨ ਦੁਬਾਰੇ ਫੇਰ ਵੇਚ ਦੇਣੀ ਹੈ ਜਿਹੜਾ ਇਹਨਾਂ ਨੇ ਪਹਿਲਾਂ ਵੇਚੀ ਜ਼ਮੀਨ। ਜੀ ਗੈਰੀ ਸਿੰਘ ਜੀ, ਹੁਣ ਤੁਸੀਂ ਆਪਣਾ ਜਵਾਬ ਰੱਖ ਸਕਦੇ ਹੋ। ਓਕੇ ਜੀ, ਜਿਹੜੀ ਐਵਸਫੋਰਡ ਹਸਪੀਟਲ ਦੀ ਆਪਾਂ ਗੱਲ ਕਰੀਏ, 10 ਵਾਰੀ ਪਿਛਲੀ ਵਾਰੀ NDP ਸਰਕਾਰ ਆਈ, 10 ਵਾਰੀ ਹਸਪੀਟਲ ਅਨਾਉਂਸ ਹੋਇਆ ਪਰ ਹਸਪੀਟਲ ਬਣਿਆ ਨਹੀਂ। ਲਿਬਰਲ ਸਰਕਾਰ ਨੇ ਵਾ ਕੇ ਬਣਾਇਆ। ਲਿਬਰਲ ਸਰਕਾਰ ਨੇ ਆਪਣੇ ਟੈਂਡਰ ਦੇ ਵਿੱਚ 14 ਹਸਪਤਾਲ ਬਣਾਏ ਆ। NDP ਸਰਕਾਰ ਇੱਕ ਹਸਪਤਾਲ ਦਾ ਨਾਂ ਚੱਕ ਕੇ ਮੈਨੂੰ ਗਿਣਾ ਕੇ ਦੱਸ ਦੇ ਵੀ ਇਹ ਸਾਡੇ ਟੈਂਡਰ ਵਿੱਚ ਬਣਿਆ। ਸਰੀ ਵਾਲਾ ਵੀ ਬਣਾ ਦਿੰਦੇ, ਸਰੀ ਵਾਲਾ ਬਣਾ ਦਿਓ ਜੀ। ਉੱਥੇ ਹਾਲੇ ਤੱਕ ਜਿਹੜਾ ਉਹਦਾ ਲੈਂਡ ਟਾਈਟਲ ਹੈ ਉਹ ਕਿਸੇ ਦੇ ਨਾਂ ਤੇ ਟ੍ਰਾਂਸਫਰ ਨਹੀਂ ਕੀਤਾ
ਕਿਤੇ ਬਿਜ਼ਨਸ ਪਲਾਨ ਨਹੀਂ ਹੈਗਾ, ਕਿਤੇ ਫੰਡਿੰਗ ਨਹੀਂ ਹੈਗੀ। ਤੁਸੀਂ ਬਰਾੜ ਸਾਹਿਬ ਉੱਥੇ ਇਲਾਜ ਜਿਹੜਾ ਲੋਕਾਂ ਦੇ ਘਾਹ ਦੇ ਉੱਤੇ ਕਰੋਗੇ ਪਾ ਕੇ ਉੱਥੇ ਐਂਬੂਲੈਂਸਾਂ ਦੇ ਉੱਤੇ। ਸੋ ਇਹ ਜਿਹੜਾ BC ਸਰਕਾਰ ਦੀ ਜ਼ਮੀਨ ਹੈ, BC ਗਵਰਨਮੈਂਟ ਦੀ ਸਰ, ਪਹਿਲਾਂ ਇਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿਓ। KPU ਦੇ ਅੰਡਰ ਜਿਹੜੀ ਜ਼ਮੀਨ ਆ ਅੱਜ ਵੀ ਨਹੀਂ, ਜਿਹੜੀ ਉਹ KPU ਦੇ ਨਾਂ ਤੇ ਟਾਈਟਲ ਬੋਲਦਾ, ਕਿਤੇ ਬਿਜ਼ਨਸ ਪਲਾਨ ਨਹੀਂ ਹੈਗਾ, ਕਿਤੇ ਉਹਦੀ ਫੰਡਿੰਗ ਨਹੀਂ ਹੈਗੀ। ਜਿਹੜੀ ਤੁਸੀਂ ਗੱਲ ਕਰਦੇ ਹੋ ਵੀ 3 ਸਾਲ ਬਹੁਤ ਹੀ ਥੋੜਾ ਸਮਾਂ ਹੁੰਦਾ ਹੈਗਾ ਵੀ ਕੋਈ ਵੀ ਇਦਾਂ ਦਾ ਪ੍ਰੋਜੈਕਟ ਬਣਾਉਣ ਨੂੰ, ਇਹ ਵੀ ਗਲਤ ਗੱਲ ਹੈ। ਕਿਉਂਕਿ ਜੇ ਤੁਸੀਂ ਹੁਣੇ ਵਾਅਦਾ ਕਰਕੇ ਉੱਤੇ ਵੀ ਸਰੀ ਨੂੰ ਤੁਸੀਂ ਥੋੜੇ ਜਿਹੇ ਸਕੂਲ ਦੇ ਤੇ ਉਹ ਸਕੂਲ ਕਿੱਦਾਂ 3 ਸਾਲਾਂ ਦੇ ਵਿੱਚ ਫਿਰ ਬਣ ਗਏ। ਜੇ ਇੱਕ ਵੀ ਸਕੂਲ ਤੁਸੀਂ ਬਣਾਇਆ ਹੈਗਾ ਉਹ ਵੀ ਤਾਂ ਐਸੀ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਗਿਆ, ਜਗ੍ਹਾ ਵੀ ਲਈ ਆ ਤੇ ਸਾਰਾ ਕੁਝ ਹੋਇਆ। ਜੀ ਗੈਰੀ ਜੀ, ਹਸਪੀਟਲ ਕਿਉਂ ਨਹੀਂ ਬਣ ਸਕਦਾ? ਬਿਲਕੁਲ ਗੈਰੀ ਜੀ, ਪੈਨਲਿਸਟ ਆਪਣਾ ਅਗਲਾ ਜਿਹੜਾ ਸਵਾਲ ਹੈ ਉਹ ਗੈਰੀ ਥਿੰਦ ਨੂੰ ਪੁੱਛ ਸਕਦੇ ਨੇ। ਥਿੰਦ ਸਾਹਿਬ, ਤੁਹਾਡੇ ਲਈ ਸਵਾਲ ਹੈ। ਤੁਸੀਂ ਹੁਣੇ ਜ਼ਿਕਰ ਕੀਤਾ ਪੋਰਟੇਬਲਸ ਦਾ। ਇਹ ਹਮੇਸ਼ਾ ਹੀ ਇਹਦੀ ਗੱਲਬਾਤ ਹੁੰਦੀ ਰਹੀ ਹੈ। ਜਦੋਂ ਲਿਬਰਲ ਦੀ ਸਰਕਾਰ ਸੀ ਉਦੋਂ NDP ਇਹ ਕਹਿੰਦੀ ਸੀ ਕਿ ਪੋਰਟੇਬਲਸ ਬਹੁਤ ਵੱਧ ਗਏ, ਅਸੀਂ ਠੀਕ ਠਾਕ ਕਰਾਂਗੇ। ਹੁਣ ਤੁਹਾਡੇ ਦੱਸਣ ਅਨੁਸਾਰ 100 ਤੋਂ ਵੱਧ ਫੇਰ ਇਸ ਸਮੇਂ ਦੇ ਵਿੱਚ ਵੱਧ ਗਏ। ਤੁਸੀਂ ਸਕੂਲ ਟਰਸਟੀ ਰਹੇ ਹੋ, ਤੁਸੀਂ ਤੁਹਾਡੇ ਕਹਿਣ ਅਨੁਸਾਰ ਹੀ ਕਿ ਸਰੀ ਦੇ ਵਿੱਚ ਜਿੰਨੇ ਲੋਕ ਆ ਰਹੇ ਆ, ਹਰ ਸਾਲ ਇੱਥੇ 2 ਐਲੀਮੈਂਟਰੀ ਤੇ 1 ਸੈਕੰਡਰੀ ਸਕੂਲ ਚਾਹੀਦਾ ਆ ਐਡੀਸ਼ਨ ਦੇ ਵਿੱਚ। ਸਾਡੇ ਕੋਲ ਬੈਕਲੌਗ ਪਿਛਲਾ ਪਿਆ। ਇਹ ਸਮੱਸਿਆ ਅੱਜ ਦੀ ਨਹੀਂ ਆ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਪੋਰਟੇਬਲ ਦੀ ਸਮੱਸਿਆ ਅਸਲ ਦੇ ਵਿੱਚ ਕਦੇ ਸੋਲਵ ਹੋ ਸਕਦੀ ਆ? ਇਹ ਪ੍ਰੈਕਟੀਕਲੀ ਪੋਸੀਬਲ ਹੈ? ਕਿਉਂਕਿ ਪਿਛਲੇ ਜਿੰਨੇ 3 ਜਿਹੜੇ ਸਕੂਲ 1 ਸਾਲ ਦੇ ਵਿੱਚ ਚਾਹੀਦੇ ਸਾਡੇ ਕੋਲ ਤਾਂ ਉਹ ਹੀ ਨਹੀਂ ਬਣ ਰਹੇ। ਪਿਛਲਾ 300 ਕਿੱਥੋਂ ਪੂਰਾ ਹੋਣਾ? ਕੀ ਇਹ ਸਮੱਸਿਆ ਕਦੇ ਹੱਲ ਹੋ ਸਕਦੀ ਆ? ਜੇ ਤੁਹਾਡੀ ਸਰਕਾਰ ਆਉਂਦੀ ਆ, ਕੀ ਤੁਸੀਂ ਇੱਕ ਮੋਟੀ ਰਕਮ ਸਰੀ ਨੂੰ ਇਸ ਕੰਮ ਦੇ ਲਈ ਦਓਗੇ? ਉਹਦੇ ਲਈ ਤੁਹਾਡੇ ਕੋਲ ਪਲਾਨ ਕੀ ਆ? ਐਬਸੋਲੂਟਲੀ ਸੋਤਾ ਸਾਹਿਬ, ਬਹੁਤ ਵਧੀਆ ਕੁਐਸਚਨ ਹੈਗਾ। ਜਿਹੜਾ ਸਰੀ ਦੇ ਵਿੱਚੋਂ ਪੋਰਟੇਬਲਸ ਖਤਮ ਕਰਨਾ ਇਹ ਹੋ ਸਕਦਾ ਹੈ, ਮੁਨਾਸਿਬ ਹੈਗਾ। ਐਜ਼ ਫਾਰ ਐਜ਼ ਮੈਂ ਅੱਗੇ ਵੀ ਕਹਿੰਦਾ ਆਇਆ ਵੀ ਸਰੀ ਨੂੰ ਇੱਕ ਬਹੁਤ ਵੱਡਾ ਚੰਕ ਜਿਹੜਾ ਰਕਮ ਦਾ ਉਹ ਜਿਹੜੀ ਸੂਬਾ ਸਰਕਾਰ ਦੇਵੇ। $2.8 ਬਿਲੀਅਨ ਸਰਪਲਸ ਸੀਗਾ ਜਿੱਦਣ ਇਹ ਸਰਕਾਰ ਹੋਣ ਦੇ ਵਿੱਚ ਆਈ ਸੀਗੀ। ਸਾਡੀ ਡਿਮਾਂਡ ਸਰੀ ਦੇ ਵਿੱਚ $1.2 ਬਿਲੀਅਨ ਦੀ ਸੀ ਉਦੋਂ। ਸਰੀ ਦੇ ਵਿੱਚੋਂ ਪੋਰਟੇਬਲ ਜਿਹੜਾ 5 ਈਅਰ ਕੈਪੀਟਲ ਪਲਾਨ ਸੀਗਾ, ਅੱਜ ਉਹ ਵੱਧ ਕੇ $1.35 ਬਿਲੀਅਨ ਦਾ ਕੈਪੀਟਲ ਪਲਾਨ ਹੋ ਗਿਆ। ਔਰ ਇਹ ਗੱਲਾਂ ਕਰਦੇ ਜੀ ਅਸੀਂ ਸਰੀ ਨੂੰ ਬਹੁਤ ਰਿਸੋਰਸਿਸ ਦਿੱਤੇ। $1.3 ਬਿਲੀਅਨ ਦੀ ਸਾਡੀ ਡਿਮਾਂਡ ਹੈ, ਪਰ ਅਫਸੋਸ ਹੈ ਇਹ ਗਵਰਨਮੈਂਟ ਹੁਣ ਦੇ ਨਹੀਂ ਸਕਦੀ। ਸਾਡੇ ਲਈ ਚੈਲੰਜ ਹੋਏਗਾ ਉੱਥੇ ਗਵਰਨਮੈਂਟ ਵਿੱਚ ਜਾ ਕੇ ਬੈਠ ਕੇ ਉਹ $1.35 ਬਿਲੀਅਨ ਕੱਢਣਾ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਸਰਕਾਰ ਦੀ ਮਿਹਰਬਾਨੀ ਨਾਲ $12.5 ਮਿਲੀਅਨ ਤੋਂ ਵੱਧ ਅਸੀਂ ਡੈਫਿਸਿਟ ਦੇ ਵਿੱਚ ਪਹੁੰਚ ਗਏ ਹਾਂ। ਉਹਦੇ ਵਿੱਚ ਆਪਾਂ ਜੇ ਸਿਰਫ ਤੇ ਸਿਰਫ ਦੋਸ਼ ਦਈਏ ਕੋਵਿਡ-19 ਨੂੰ, ਉਹ ਠੀਕ ਨਹੀਂ ਹੋਏਗਾ। ਕਿਉਂਕਿ ਕੋਵਿਡ-19 ਦਾ ਇਫੈਕਟ ਜਿਹੜਾ ਫਰਵਰੀ ਮਾਰਚ ਵਿੱਚ ਸ਼ੁਰੂ ਹੋਇਆ, ਜਿਹੜਾ ਡੈਫਿਸਿਟ ਬਿਲੀਅਨਸ ਆਫ ਡਾਲਰ ਜਿਹੜਾ ਇਸ ਸਾਲ ਦੇ ਸਟਾਰਟਿੰਗ ਦੇ ਵਿੱਚ ਹੀ ਪਹੁੰਚ ਗਿਆ ਸੀਗਾ। ਸੋ ਜਿਹੜੇ ਸਰਕਾਰ ਦੇ ਵਾਅਦੇ ਹੈਗੇ ਆ ਕਿ ਵੀ ਨਹੀਂ ਜੀ ਅਸੀਂ ਤਾਂ ਇਕੋਨਮੀ ਨੂੰ ਬਹੁਤ ਨਾਈਸਲੀ ਅੱਗੇ ਤੋਰ ਦੇਣਾ ਹੈਗਾ, ਅਸੀਂ ਇੱਧਰੋਂ ਵੀ ਟੈਕਸ ਕੱਟਤਾ, ਇੱਧਰੋਂ ਵੀ ਟੈਕਸ ਕੱਟਤਾ, ਪਰ ਜਿਹੜੀ ਪੋਰਟੇਬਲ ਦੀ ਸਮੱਸਿਆ, ਹਾਂ ਜੇ BC ਲਿਬਰਲ ਸਰਕਾਰ ਬਣਦੀ ਆ, ਇੰਨਾ ਜ਼ਰੂਰ ਮੈਂ ਵਾਅਦਾ ਕਰਦਾ, ਜਿਹੜੀ ਫੰਡਿੰਗ ਸਰੀ ਨੂੰ ਚਾਹੀਦੀ ਆ, ਜੋ ਆਪਾਂ ਨੂੰ ਲੋੜੀਂਦੇ ਰਿਸੋਰਸਿਸ ਚਾਹੀਦੇ ਆ, ਆਈ ਵਿਲ ਬਿਕਮ ਦੈਟ ਸਟਰੋਂਗ ਵੌਇਸ ਇਨ ਵਿਕਟੋਰੀਆ ਟੂ ਬ੍ਰਿੰਗ ਦੋਜ਼ ਰਿਸੋਰਸਿਸ ਫॉर ਸਰੀ। ਸਾਡੇ ਕੋਲੇ ਜਿਹੜਾ ਪਲਾਨ ਆ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ 5 ਸਾਲਾਂ ਦੇ ਵਿੱਚ ਅਸੀਂ ਸਰੀ ਦੀ ਪੋਰਟੇਬਲਸ ਦੀ ਗਿਣਤੀ ਜਿਹੜੀ 50% ਘੱਟ ਕਰ ਦੇਣੀ ਆ। ਜੇ ਸਾਨੂੰ ਜਿਹੜੇ ਰਿਸੋਰਸਿਸ ਸਰੀ ਦੇ ਪ੍ਰੋਪਰ ਸਾਡੇ ਜਿਹੜਾ ਜਿਸ ਤਰ੍ਹਾਂ ਕੈਪੀਟਲ ਪ੍ਰੋਜੈਕਟ ਆਫਿਸ ਜਿਹੜਾ ਲਿਬਰਲ ਗਵਰਨਮੈਂਟ ਲੈ ਕੇ ਆਈ ਸੀਗੀ, ਜੇ ਕੈਪੀਟਲ ਪ੍ਰੋਜੈਕਟ ਆਫਿਸ ਨੂੰ ਤੁਸੀਂ ਪ੍ਰੋਪਰ ਕੰਮ ਕਰਨ ਦਿਓ ਤੇ ਉਹਦੇ ਜਿਹੜੇ ਰਿਸੋਰਸਿਸ ਆ ਜੋ ਸਰੀ ਨੂੰ ਚਾਹੀਦੇ ਆ ਉਹ ਮਿਲਦੇ ਰਹਿਣ, ਅਸੀਂ 5 ਸਾਲਾਂ ਦੇ ਵਿੱਚ ਸਰੀ ਦੇ ਵਿੱਚੋਂ ਪੋਰਟੇਬਲ ਜਿਹੜੇ 50% ਘੱਟ ਕਰ ਦੇਗੇ। ਬਿਲਕੁਲ ਜਗਰੂਪ ਜੀ, ਸਹਿਮਤ ਹੋ ਇਸ ਗੱਲ ਦੇ ਨਾਲ? 1 ਮਿੰਟ ਹੈ ਤੁਹਾਡੇ ਕੋਲ, ਆਪਣਾ ਪੱਖ ਰੱਖ ਸਕਦੇ ਹੋ। $0 ਹੈ ਜੀ ਲਿਬਰਲ ਪਾਰਟੀ ਦੇ ਪਲੇਟਫਾਰਮ ਦੇ ਵਿੱਚ। $0 ਗੱਲਾਂ ਦੇ ਨਾਲ ਸਕੂਲ ਨਹੀਂ ਬਣਦੇ। $0 ਜੇ ਤੁਹਾਡੇ ਦਮ ਹੈ ਤਾਂ ਮਨ ਤੇ ਆਪਣੇ ਲੀਡਰ ਨੂੰ ਕਹਿ ਕੇ ਐਲਾਨ ਕਰਾਓ। ਹੁਣ $5 ਬਿਲੀਅਨ ਉਹਨਾਂ ਦੀ ਕਰਨਾ $0 ਜੀ। ਜਿਹੜੀ ਇਕਨੋਮੀ ਦਾ ਬਾਰ-ਬਾਰ ਰੌਲਾ ਪਾ ਰਹੇ ਆ, ਇਹ ਇਕਨੋਮੀ ਇਹ ਨਹੀਂ। ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਕਿ ਕੋਵਿਡ ਤੋਂ ਪਹਿਲਾਂ BC ਦੀ ਇਕਨੋਮੀ ਕੰਟਰੀ ਦੇ ਵਿੱਚ ਨੰਬਰ 1 ਇਕਨੋਮੀ, ਬੈਲੈਂਸ ਬਜਟ। ਇਹ ਝੂਠ ਮਾਰ ਰਹੇ ਵੀ ਕੋਵਿਡ ਤੋਂ ਪਹਿਲਾਂ ਜਿਹੜਾ ਬੈਲੈਂਸ ਬਜਟ ਹੈ ਨਹੀਂ ਸੀ, ਬਿਲਕੁਲ ਝੂਠ ਹੈ। ਮੈਂ ਚੈਲੰਜ ਕਰਦਾ ਇਹਨਾਂ ਨੂੰ। ਔਰ AAA ਕ੍ਰੈਡਿਟ ਰੇਟਿੰਗ ਸੀਗੀ, ਲੋਐਸਟ ਅਨਪਲੋਇਮੈਂਟ ਇਨ ਦੀ ਕੰਟਰੀ। ਦੈਟ ਵਾਜ ਦੀ ਰੈਕਡ ਆਫ NDP ਆਫਟਰ ਹਿਊਜ ਇਨਵੈਸਟਮੈਂਟ ਇਨ ਹੈਲਥ ਕੇਅਰ ਐਜੂਕੇਸ਼ਨ। $40 ਬਿਲੀਅਨ ਦਾ LNG ਪ੍ਰੋਜੈਕਟ ਜਿਹੜਾ ਜ਼ੋਰ ਲਾ ਕੇ ਲਿਬਰਲ ਪਾਰਟੀ ਤੋਂ ਨਹੀਂ ਲੱਗਿਆ, NDP ਨੇ ਲਵਾਇਆ। ਉਹ ਪਟੋਲੋ ਬ੍ਰਿਜ NDP ਬਣਾ ਰਹੀ ਹੈ, ਸਕਾਈ ਟ੍ਰੇਨ NDP ਬਣਾ ਰਹੀ ਹੈ, ਹਸਪਤਾਲ NDP ਬਣਾ ਰਹੀ ਹੈ, 100 ਸਕੂਲ NDP ਬਣਾ ਰਹੀ ਹੈ। ਇਹ ਕਹਿ ਰਹੇ ਆ ਜੀ ਇਹ ਜਿਹੜਾ ਨਹੀਂ ਕੁਝ ਚੱਲ ਰਿਹਾ। ਸੋ ਇਸ ਕਰਕੇ ਪੋਰਟੇਬਲ ਜਿਹੜੇ ਹਟਾਉਣੇ ਆ, ਫੰਡਿੰਗ ਦੇਣੀ ਪਊ। ਅਸੀਂ ਪਹਿਲੇ 3 ਸਾਲਾਂ ਦੇ ਵਿੱਚ $403 ਮਿਲੀਅਨ ਫੰਡਿੰਗ ਦਿੱਤੀ ਹੈ।
ਇਹ ਸਕੂਲ ਦੇ ਜੀ ਸਕੂਲਾਂ ਵਾਸਤੇ ਜਗਰੂਪ ਇਹਨਾਂ ਬਰਾੜ ਦੀ ਜੀ zero ਆ। ਫਿਲਹਾਲ ਇਹ ਵਾਲਾ ਰਾਊਂਡ ਤਾਂ ਜੀ ਫਿਲਹਾਲ ਇਹ ਵਾਲਾ ਜਿਹੜਾ ਰਾਊਂਡ ਹੈ ਇਹ ਇੱਥੇ ਹੀ ਖਤਮ ਹੁੰਦਾ ਹੈ। ਅਗਲਾ ਰਾਊਂਡ ਤੁਹਾਡੇ ਦੋਵਾਂ ਦਾ ਜਿਹੜਾ ਫੇਵਰਿਟ ਰਾਊਂਡ ਹੈ, ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਸਵਾਲ ਪੁੱਛਣਗੇ, ਪਰ ਇਸ ਦੇ ਵਿੱਚ ਦੋਹਾਂ ਉਮੀਦਵਾਰਾਂ ਨੂੰ ਬਹਿਸ ਦੇ ਲਈ 2 ਮਿੰਟ ਦਾ ਸਮਾਂ ਦਿੱਤਾ ਜਾਏਗਾ। ਉਸ ਦੇ ਵਿੱਚ ਜਿਹੜੀ ਆਪਣੀ ਗੱਲ ਮੁਕੰਮਲ ਕਰਨੀ ਹੋਵੇਗੀ। ਤੁਹਾਡਾ ਫੇਵਰਿਟ ਰਾਊਂਡ ਤੁਸੀਂ ਬਹਿਸ ਕਰਨਾ ਚਾਹੁੰਦੇ ਸੀ ਸਰ ਜੀ, ਬਿਲਕੁਲ 2 ਮਿੰਟ ਤੁਹਾਡੇ ਕੋਲ ਸਰ ਕੁਐਸਚਨ ਪੁੱਛਿਆ, ਤੁਸੀਂ ਆਪਣਾ ਜਿਹੜਾ ਕੁਐਸਚਨ ਹੈ ਇਹਨਾਂ ਨੂੰ ਪੁੱਛੋਗੇ, 2 ਮਿੰਟ ਤੁਹਾਡੇ ਦੋਨਾਂ ਕੋਲ ਹੈ, ਉਸੇ ਕੁਐਸਚਨ ਤੇ ਉਸੇ ਦੇ ਵਿੱਚ ਤੁਸੀਂ ਦੋਵੇਂ ਆਪਣੀ ਬਹਿਸ ਕਰ ਸਕਦੇ ਹੋ। 2 ਮਿੰਟ ਹੋਣਗੇ। ਸੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਥਿੰਦ ਜੀ ਦੱਸੋ, ਤੁਸੀਂ ਆਪਣਾ ਸਵਾਲ ਜਿਹੜਾ ਜਗਰੂਪ ਬਰਾੜ ਨੂੰ ਕਰ ਸਕਦੇ ਹੋ। ਦੋਹਾਂ ਕੋਲ 2 ਮਿੰਟ ਹੈ ਉਸੇ ਸਵਾਲ ਤੇ ਉਸੇ ਦੇ ਜਵਾਬ ਦੇਣ ਲਈ। ਬਰਾੜ ਸਾਹਿਬ, ਕੱਲ ਤੁਸੀਂ ਇੱਕ ਡਿਬੇਟ ਦੇ ਵਿੱਚ ਆਪਾਂ ਸਾਰੇ ਇਕੱਠੇ ਸੀਗੇ, ਤੁਸੀਂ ਇੱਕ ਉੱਥੇ ਸਟੇਟਮੈਂਟ ਦਿੱਤੀ ਆ ਕਿ 82 ਟਨਲ ਦੇ ਉੱਤੇ ਬ੍ਰਿਜ ਜਾਂ ਟਨਲ ਬੋਥ ਆਰ ਓਕੇ, ਤੁਹਾਡੀ ਵਰਡਿੰਗ ਸੀਗੀ, ਦੋਨੋਂ ਹੀ ਠੀਕ ਹੈ ਐਜ਼ ਫਾਰ ਐਜ਼ ਇਨਫਰਾਸਟ੍ਰਕਚਰ ਜਿਹੜੀ ਪਲਾਨ ਉਹ ਤੁਸੀਂ ਲੈ ਕੇ ਆ ਰਹੇ ਹੋ। ਮੈਨੂੰ ਇਹ ਜਵਾਬ ਦਿਓ ਵੀ ਜੇ ਬ੍ਰਿਜ ਓਕੇ ਸੀਗਾ ਫਿਰ ਤੁਹਾਡੀ ਗਵਰਨਮੈਂਟ ਨੇ ਕੈਂਸਲ ਕਿਉਂ ਕੀਤਾ ਜੀ? ਥਿੰਦ ਸਾਹਿਬ, ਜਦੋਂ ਸਿਆਸਤ ਦੇ ਵਿੱਚ ਆਉਣਾ ਤਾਂ ਪਹਿਲਾਂ ਸੁਣਨਾ ਚਾਹੀਦਾ, ਸੁਣਨਾ ਸਿੱਖਣਾ ਚਾਹੀਦਾ ਨਾ, ਉਹ ਬਹੁਤ ਜ਼ਰੂਰੀ ਹੈ। ਬਿਲਕੁਲ। ਨਾ ਕਿ ਕਿਸੇ ਬੰਦੇ ਦੀ ਕਹੀ ਹੋਈ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਉਹ ਉਸ ਨੂੰ ਉਸ ਤਰੀਕੇ ਨਾਲ ਗੱਲ ਕਰਨਾ, ਉਹ ਗਲਤ ਹੈ। ਦੇਖੋ ਜੀ, ਮੈਸੀ ਟਨਲ ਦਾ ਮਸਲਾ ਇਹ ਹੈ ਵੀ ਇਹ 'ਚ ਸੱਚ ਹੈਗਾ ਕਿ BC ਲਿਬਰਲ ਸਰਕਾਰ ਨੇ 10 ਲੇਨ ਬ੍ਰਿਜ ਜਿਹੜਾ ਪਹਿਲਾਂ ਆਪਣਾ ਪ੍ਰਪੋਜ਼ ਕੀਤਾ ਸੀਗਾ, ਉਹ ਟੋਲ ਬ੍ਰਿਜ ਸੀਗਾ, ਟੋਲ ਲੱਗਣਾ ਸੀ ਉਹਦੇ ਉੱਤੇ, ਔਰ ਉਹਦੇ ਨਾਲ ਜਿਹੜਾ ਸੀਗਾ ਫੈਡਰਲ ਗੌਰਮੈਂਟ ਨੇ, ਟਰੂਡੋ ਸਾਹਿਬ ਨੇ ਉਸ ਨੂੰ ਫੰਡ ਕਰਨ ਵਾਸਤੇ ਨਾ ਕਰ ਦਿੱਤਾ ਸੀਗਾ। ਔਰ ਇਸ ਕਰਕੇ ਜਿਹੜਾ ਔਰ ਲੋਕਲ ਜਿਹੜੇ ਮੇਅਰ ਦੀ ਸਪੋਰਟ ਨਹੀਂ ਸੀ, ਇਕੱਲੇ ਡੈਲਟੇ ਮੇਅਰ ਨੂੰ ਛੱਡ ਕੇ, ਇਸ ਕਰਕੇ ਅਸੀਂ ਨਵੇਂ ਸਿਰੋਂ ਜਿਹੜੀ ਉਸ ਆਪਣਾ ਕੰਮ ਸ਼ੁਰੂ ਕਰਕੇ ਜਿਹੜਾ ਅਸੀਂ ਜਿਹੜਾ ਉੱਥੇ ਹੁਣ ਇਸ ਵੇਲੇ ਟੋਲ ਫ੍ਰੀ ਕ੍ਰਾਸਿੰਗ ਜਿਹੜੀ ਬਣਾਉਣ ਜਾ ਰਹੇ ਹਾਂ। ब्रिज के टनल टोल फ्री क्रॉसिंग बनाने जा रहे हैं। ब्रिज के टनल जी जवाब दो। टोल फ्री क्रॉसिंग बनाने जा रहे हैं। साहब ब्रिज या टनल, गिव मी द आंसर। लिसन मैं सुन रहा जी, ब्रिज के टनल। आई एम जस्ट आस्किंग फॉर अ सिंपल मेरा आंसर सुनो पहला। हां जी, ब्रिज या टनल। मेरा आंसर सुनो। हां जी, आंसर सुनो। हां बिल्कुल। सो फिर वही गल बराड़ साहब, ब्रिज बना रहे हो या टनल बना रहे हो? थोड़े दर्शक जेड़ा पुछना ਅਸੀਂ ਟੋਲ ਬ੍ਰਿਜ ਨਹੀਂ ਬਣਾ ਰਹੇ, ਔਰ ਜਿਹੜਾ ਉੱਥੇ ਜਿਹੜਾ ਬਣਨਾ ਹੈਗਾ, ਸੋ ਤੁਸੀਂ ਟਨਲ ਬਣਾ ਰਹੇ ਹੋ ਉੱਥੇ, ਜਿਹੜੀ ਟਨਲ ਪੁਰਾਣੀ ਤੋਂ। ਮੈਂ ਟਨਲ ਨਹੀਂ ਕਿਹਾ, ਮੈਂ ਟਨਲ ਬਿਲਕੁਲ ਨਹੀਂ ਕਿਹਾ। ਤੁਸੀਂ ਬਗੈਰ ਮਤਲਬ ਤੋਂ ਜਿਹੜਾ ਆਪਣੇ ਸੁਣ ਰਹੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਬ੍ਰਿਜ ਬਣਾ ਰਹੇ ਹੋ। ਸੋ ਐਨੀਵੇ ਕੀ ਤੁਸੀਂ ਇਹ ਕਹਿ ਰਹੇ ਹੋ ਬ੍ਰਿਜ ਬਣ ਰਿਹਾ ਹੈਗਾ? ਅਸੀਂ ਟੋਲ ਫ੍ਰੀ ਕ੍ਰਾਸਿੰਗ ਬਣਾ ਰਹੇ ਹਾਂ। ਟੋਲ ਫ੍ਰੀ ਉਹਨੂੰ ਜਿਹੜਾ ਹੈਗਾ ਪੈਸੇ ਦੇ ਰਿਹਾ, ਟਰੂਡੋ ਉਹਨੂੰ ਪੈਸੇ ਦੇ ਰਿਹਾ, ਮੇਅਰ ਦੀ ਉਹਨੂੰ ਸਪੋਰਟ ਹੈਗੀ ਹੈ। ਇਹ ਉਹਨੂੰ ਬਦਲ ਰਹੇ ਇਸ ਵੇਲੇ, ਬਦਲ ਕੇ ਉਹਨੂੰ ਸਾਲਾਂ ਬੱਧੀ ਪਿੱਛੇ ਪਾਉਣਗੇ। ਔਰ ਜਿਹੜਾ ਹੈਗਾ ਹੁਣ ਇਹ ਕਹਿੰਦੇ ਅਸੀਂ ਟੋਲ ਫ੍ਰੀ ਬਣਾਉਣਾ, ਪਹਿਲਾਂ ਅਸੀਂ ਟੋਲ ਨਾਲ ਬਣਾਉਣਾ, ਉਹਦੇ ਪੈਸੇ ਕਮਾਉਣਗੇ। ਟੋਲ ਫ੍ਰੀ ਬ੍ਰਿਜ ਬਣੇਗਾ, 10 ਲੇਨ ਦਾ ਬ੍ਰਿਜ ਬਣੇਗਾ। ਉਸ ਤੋਂ ਬਾਅਦ ਫਿਰ $19 ਮਿਲੀਅਨ ਦੀ ਇਨਵੈਸਟਮੈਂਟ ਹੋਈ ਆ, ਇੰਜੀਨੀਅਰਿੰਗ ਪਲਾਨ ਸਾਰੇ ਹੋਏ ਆ। $19 ਮਿਲੀਅਨ ਦੀ ਇਨਵੈਸਟਮੈਂਟ ਜਿਹੜੀ ਬ੍ਰਿਜ ਉਹਦੇ ਉੱਤੇ ਹੋਈ ਆ, ਉੱਥੋਂ ਹੀ ਕੰਮ ਸ਼ੁਰੂ ਹੋਏਗਾ। 10 ਲੇਨ ਦਾ ਬ੍ਰਿਜ ਫਿਰ ਦੁਬਾਰਾ ਬਣੇਗਾ ਔਰ ਟੋਲ ਫ੍ਰੀ ਬਣੇਗਾ। ਸਵਾਲ ਪੁੱਛ ਲਿਆ, ਸਵਾਲ ਦਾ ਉੱਤਰ ਸੁਣਨਾ ਜਿਹੜਾ ਸਿੱਖੋ ਗੈਰੀ ਸਾਹਿਬ। ਆਪਾਂ ਸਿਆਸਤਦਾਨ ਹੈ, ਲੋਕ ਆਪਾਂ ਨੂੰ ਆਵਾਜ਼ ਕਰੇ, ਆਪਾਂ ਮਾਹੌਲ ਨਾ ਜੀ ਫਿਲਹਾਲ ਜਗਰੂਪ ਬਰਾੜ ਜੀ ਬਿਲਕੁਲ ਸੰਸਾ ਜਗਰੂਪ ਬਰਾੜ ਜੀ, ਤੁਸੀਂ ਹੁਣ ਜਿਹੜਾ ਗੈਰੀ ਥਿੰਦ ਨੂੰ ਆਪਣਾ ਸਵਾਲ ਪੁੱਛ ਸਕਦੇ ਹੋ। ਦੋਹਾਂ ਨੂੰ 2 ਮਿੰਟ ਹੈ ਤੁਹਾਡੇ ਕੋਲ ਗੱਲ ਕਰਨ ਲਈ। ਸਿੰਪਲ ਸਵਾਲ ਹੈ ਜੀ। BC ਜਿਹੜੀ NDP ਸਰਕਾਰ ਨੇ ਹਸਪੀਟਲ ਵਾਸਤੇ ਜ਼ਮੀਨ ਖਰੀਦੀ 25 ਸਾਲ ਪਹਿਲਾਂ ਖਰੀਦੀ। ਉਸ ਤੋਂ ਬਾਅਦ ਗਾਰਡਨ ਕੈਂਪਬੈਲ ਨੇ ਆ ਕੇ 2 ਵਾਰੀ ਉਸ ਲਾਟ ਤੇ ਖੜ ਕੇ ਐਲਾਨ ਕੀਤਾ ਕਿ ਅਸੀਂ ਹਸਪਤਾਲ ਬਣਾਉਣ ਜਾ ਰਹੇ ਹਾਂ ਇਹਦੇ ਤੇ। ਉਸ ਤੋਂ ਬਾਅਦ ਜਿਹੜੇ ਹੁਣ ਲੀਡਰ ਨੇ ਐਂਡਰੂ ਵਿਲਕਿਨਸਨ ਸਾਹਿਬ, ਉਹਨਾਂ ਨੇ ਆ ਕੇ ਜਦੋਂ ਮੰਤਰੀ ਸੀਗੇ, ਉਹਨਾਂ ਨੇ ਜ਼ਮੀਨ ਵੇਚਤੀ ਇੱਕ ਆਪਣੇ ਜਿਹੜਾ ਹੈਗਾ ਡਿਵੈਲਪਰ ਨੂੰ, ਜਿਹੜਾ BC ਲਿਬਰਲ ਪਾਰਟੀ ਨੂੰ ਫੰਡ ਦਿੰਦਾ, ਮੋਟਾ ਫੰਡ ਦਿੰਦਾ। ਉਹ $3 ਮਿਲੀਅਨ ਅਸਲੀ ਕੀਮਤ ਤੋਂ ਘਟਾ ਕੇ ਵੇਚੀ ਆ। ਜਦੋਂ ਉਹ ਜ਼ਮੀਨ ਵੇਚੀ ਗਈ, ਇਹ ਮੇਰੇ ਦੋਸਤ ਉਦੋਂ ਸ਼ਹਿਰੀ ਸੀ, ਸ਼ਹਿਰ ਦੇ ਚੰਗੇ, ਇਹਨਾਂ ਨੇ ਉੱਥੇ ਲਿਜਾ ਕੇ ਇਕੱਠ ਕਰਕੇ ਇਹਨਾਂ ਨੇ ਰੈਲੀ ਕੀਤੀ ਉੱਥੇ ਉਸ ਦੇ ਖਿਲਾਫ ਵੀ। ਇਹ ਗਲਤ ਕੰਮ ਹੋਇਆ, ਇਹ ਬਹੁਤ ਗਲਤ ਕੰਮ ਹੋਇਆ। ਇਹ ਚੰਗਾ ਕੰਮ ਕੀਤਾ ਸੀ ਇਹਨਾਂ ਨੇ, ਬਾਈ ਦੇ ਵੇ ਇਹਨਾਂ ਨੇ ਕਿਹਾ ਗਲਤ ਕੰਮ ਉੱਥੇ ਹੋਇਆ। ਮੈਂ ਅੱਜ ਇਹਨਾਂ ਨੂੰ ਪੁੱਛਦਾ ਵੀ ਉਹ ਜਿਹੜੀ ਜ਼ਮੀਨ ਵੇਚੀ ਗਈ ਸੀ, ਉਹ ਗਲਤ ਕੰਮ ਸੀ ਕਿ ਉਹ ਠੀਕ ਕੰਮ ਸੀ? ਕੀ ਇਹ ਆਪਣਾ BC ਲਿਬਰਲ ਦੇ ਕੈਂਡੀਡੇਟ ਬਣਨ ਤੋਂ ਬਾਅਦ ਆਪਣੀ ਜਿਹੜੀ ਭਾਸ਼ਾ ਹੁਣ ਬਦਲਤਾ ਨਹੀਂ ਗਏ ਅੱਗੇ ਤੋਂ? ਦੱਸੋ ਮੈਨੂੰ, ਉਦੋਂ ਠੀਕ ਸੀ ਤੁਸੀਂ ਕਿ ਹੁਣ ਠੀਕ ਹੈ? ਬਰਾੜ ਸਾਹਿਬ, ਜਿਵੇਂ ਤੁਸੀਂ ਆਖਿਆ, ਪਹਿਲਾਂ ਬੰਦੇ ਨੂੰ ਸਟੱਡੀ ਕਰ ਲੈਣੀ ਚਾਹੀਦੀ ਹੈ। ਸੋ ਸਟੱਡੀ ਗੈਰੀ ਥਿੰਦ ਨੇ ਉਦੋਂ ਇਹ ਕੀਤੀ ਕਿ ਜਿਹੜੀ BC ਲਿਬਰਲ ਸਰਕਾਰ ਦੀ ਇਨਵੈਸਟਮੈਂਟ ਉਹ ਸਹੀ ਸੀਗੀ। ਸਰੀ ਮੈਮੋਰੀਅਲ ਹਸਪੀਟਲ ਦੀ ਜਿਹੜੀ ਉਹਨਾਂ ਦੀ ਪੇਸ਼ੈਂਟਸ ਦੀ ਟਰਾਂਸਪੋਰਟੇਸ਼ਨ, ਉਹਨਾਂ ਨੂੰ ਇੰਨੀ ਦੂਰ ਜਿਹੜੀ ਟਰਾਂਸਪੋਰਟ ਕਰਨੀ ਪੈ ਰਹੀ ਸੀਗੀ, ਉਹ ਕਹਿੰਦੇ ਵੀ ਸਾਡੇ ਲਈ ਬੈਟਰ ਇਨਵੈਸਟਮੈਂਟ ਹੈਗੀ ਆ ਵੀ ਜਿਹੜੀ ਕਿ
ਆਪਣੇ ਸਟ੍ਰੈਚਰਸ ਦੇ ਉੱਤੇ ਟਰਾਂਸਪੋਰਟੇਸ਼ਨ ਹੋਵੇ ਪੇਸ਼ੈਂਟਸ ਦੀ, ਤਾਂ ਕਰਕੇ ਉਹਨਾਂ ਨੇ ਚੂਜ਼ ਕੀਤਾ ਵੀ ਸਰੀ ਮੈਮੋਰੀਅਲ ਹਸਪੀਟਲ ਦੇ ਨਾਲ ਅਸੀਂ $570 ਮਿਲੀਅਨ ਦੀ ਇਨਵੈਸਟਮੈਂਟ ਕਰਨੀ ਆ। ਅਸੀਂ ਉਹ $570 ਮਿਲੀਅਨ ਦੀ ਇਨਵੈਸਟਮੈਂਟ ਜ਼ਮੀਨ ਠੀਕ 5 ਕਿਲੋਮੀਟਰ ਦੂਰ ਨਹੀਂ ਵਿੱਚ, ਜ਼ਮੀਨ ਠੀਕ ਵਿੱਚ 5 ਕਿਲੋਮੀਟਰ ਦੂਰ ਨਹੀਂ ਜਿਹੜੀ ਕਰਨੀ ਹੈਗੀ। ਲੈਟ ਮੀ ਫਿਨਿਸ਼ ਬਰਾੜ ਸਾਹਿਬ, ਲੈਟ ਮੀ ਫਿਨਿਸ਼। $270 ਮਿਲੀਅਨ ਜਿਮ ਪੈਟੀਸਨ ਹਸਪੀਟਲ ਦੇ ਉੱਤੇ ਖਰੀਦਿਆ। ਜਿਹੜੀ ਤੁਸੀਂ ਕਹਿੰਦੇ ਹੋ ਨਾ ਜ਼ਮੀਨ ਵਿੱਚ ਤੁਸੀਂ ਕਹਿੰਦੇ ਹੋ ਨਾ ਜਿਹੜੀ ਜ਼ਮੀਨ ਵਿੱਚ ਹੀ ਆਪਣੇ ਬਿਲਡਰ ਡਿਵੈਲਪਰ ਭਰਾ ਨੂੰ, ਮੈਨੂੰ ਬਹੁਤ ਹੀ ਇਹ ਸੁਣਦੇ ਅਫਸੋਸ ਹੋ ਰਿਹਾ ਬਰਾੜ ਸਾਹਿਬ, ਬਹੁਤ ਚਿਰ ਦੇ 4 ਵਾਰੀ ਇਹ MLA ਬਣ ਗਏ ਆ, ਸਿਸਟਮ ਦੇ ਵਿੱਚ ਬੈਠੇ ਆ, ਇਹਨਾਂ ਨੂੰ ਹਲੇ ਤੱਕ ਸਿਸਟਮ ਕਿੱਦਾਂ ਕੰਮ ਕਰਦਾ ਹੈਗਾ, ਕੋਈ ਵੀ ਪਬਲਿਕ ਪ੍ਰਾਪਰਟੀ ਵੇਚਣ ਦਾ ਇਹਨਾਂ ਨੂੰ ਹਲੇ ਤੱਕ ਨਹੀਂ ਪਤਾ ਲੱਗਿਆ। ਮੈਨੂੰ 1.5 ਸਾਲ ਦੀ ਆਪਣੀ 1.5 ਵਾਰੀ ਦੀ ਜਿਹੜੀ ਸਕੂਲ ਬੋਰਡ ਦੀ ਟਰਸਟੀ ਟਰਮ ਦਾ ਪਤਾ ਲੱਗ ਗਿਆ ਵੀ ਜਦੋਂ ਤੁਸੀਂ ਪਬਲਿਕ ਪ੍ਰਾਪਰਟੀ ਕੋਈ ਸੈਲ ਕਰਦੇ ਹੋ, ਉਹ ਪਬਲਿਕ ਪ੍ਰਾਪਰਟੀ ਜਿਹੜੀ ਕਲੋਜ਼ਡ ਬਿਡ ਦੇ ਵਿੱਚ ਜ਼ਮੀਨ ਠੀਕ ਵੇਚੀ ਕਿ ਗਲਤ ਵੇਚੀ, ਓਕੇ ਓਪਨ ਬਿਡ ਦੇ ਵਿੱਚ ਹੁੰਦੀ ਆ ਹਰੇਕ ਉਹ ਜ਼ਮੀਨ ਠੀਕ ਵੇਚੀ ਕਿ ਗਲਤ ਸਵਾਲ ਇੰਨਾ ਹੀ ਹੈ ਮੇਰਾ। ਨਾ ਜੀ ਮੈਂ ਤੁਸੀਂ ਇੱਕ ਮਿੰਟ ਲੈਟ ਮੀ ਫਿਨਿਸ਼। ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਰੈਲੀ ਕੀਤੀ ਸੀ ਆਪ ਜਾ ਕੇ, ਮੈਂ ਕਹਿੰਦਾ ਕੀਤੀ ਸੀਗੀ, ਪਰ ਜਿਹੜੀ ਉੱਥੇ ਇਨਵੈਸਟਮੈਂਟ ਸਹੀ ਸੀਗੀ ਜਿਹੜੀ ਉਹਨਾਂ ਨੇ ਉਦੋਂ ਕੀਤੀ, ਤਾਂ ਹੀ ਮੈਂ ਲਿਬਰਲ ਪਾਰਟੀ ਚੂਜ਼ ਕੀਤੀ ਆ, ਤਾਂ ਹੀ ਤੁਹਾਡੇ ਆਪੋਜੀਸ਼ਨ ਇੱਥੇ ਖੜਾ ਅੱਜ ਗੈਰੀ ਤੇ ਨਾ ਕਿ ਹੁਣ ਬਦਲ ਗਏ। ਮੈਂ ਨਹੀਂ, ਮੈਂ ਸਹੀ ਸੱਚ ਦਾ ਸਾਥ ਦੇ ਰਿਹਾ, ਪਾਰਟੀ ਸਹੀ ਡਿਸੀਜਨ ਲੈ ਰਹੀ ਆ, ਜੋ ਸਹੀ ਫੈਸਲਾ ਕਰ ਰਹੀ, ਮੈਂ ਉਹਦਾ ਸਾਥ ਦੇ ਰਿਹਾ। ਸੋ ਉਦੋਂ ਗਲਤ ਸੀਗੇ ਉਹ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਉਦੋਂ, ਕਿਉਂਕਿ ਬੰਦੇ ਨੇ, ਤੁਸੀਂ ਕਹਿ ਰਹੇ ਵੀ ਤੁਸੀਂ ਸਟੱਡੀ ਨਹੀਂ ਕੀਤੀ, ਸਟੱਡੀ ਕੀਤੀ, ਤੁਸੀਂ ਰੈਲੀ ਕੀਤੀ ਉੱਥੇ ਜਾ ਕੇ। ਹਾਂ ਮੈਂ ਕਹਿ ਰਿਹਾ ਸਟੱਡੀ ਕੀਤੀ, ਤੁਸੀਂ ਰੈਲੀ ਕੀਤੀ, ਜ਼ਮੀਨ ਗਲਤ ਵੇਚੀ ਗਈ। ਮੈਂ ਕਹਿ ਰਿਹਾ ਹੁਣ ਤੁਸੀਂ ਕਹਿੰਦੇ ਜ਼ਮੀਨ ਠੀਕ ਵੇਚੀ, ਹੁਣ ਤੁਸੀਂ ਦੱਸ ਨਹੀਂ ਰਹੇ ਜ਼ਮੀਨ ਵੇਚੀ। ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਸਟੱਡੀ ਕੀਤੀ ਆ, ਸਟੱਡੀ ਕਰਕੇ ਹੀ ਲਿਬਰਲ ਪਾਰਟੀ ਗੈਰੀ ਸਿੰਘ ਜੀ ਤੁਸੀਂ ਆਪਣਾ ਸਵਾਲ ਜਗਰੂਪ ਬਰਾੜ ਨੂੰ ਪੁੱਛ ਸਕਦੇ ਹੋ। ਸਵਾਲ ਆਪਣਾ ਗੈਰੀ ਜੀ, ਆਪਣਾ ਸਵਾਲ ਜਿਹੜਾ ਅਗਲਾ ਤੁਸੀਂ ਪੁੱਛ ਸਕਦੇ ਹੋ ਜਗਰੂਪ ਬਰਾੜ ਜੀ ਨੂੰ। ਤੁਹਾਡੇ ਦੋਨਾਂ ਕੋਲ 2 ਮਿੰਟ ਹੈ ਬਹਿਸ ਕਰਨ ਦੇ ਲਈ। ਦੇਖੋ ਜੀ, ਆਪਾਂ ਫੋਰੈਸਟਰੀ ਦੀ ਗੱਲ ਕਰਦੇ ਹਾਂ। 41 ਮਿੱਲਾਂ 2019 ਤੋਂ ਮੈਂ ਡਾਟੇ ਦੀ ਗੱਲ ਕਰਦਾ ਹੁਣ, ਬਰਾੜ ਸਾਹਿਬ ਬਹੁਤ ਜ਼ਿਆਦਾ ਡਾਟੇ ਦੇ ਵਿੱਚ ਮਾਹਰ ਹੈਗੇ ਆ। 41 ਮਿੱਲਾਂ ਜਿਹਦੇ ਵਿੱਚੋਂ 11 ਪਰਮਾਨੈਂਟ ਬੰਦ ਹੋ ਗਈਆਂ ਆਪਣੇ ਪੂਰੇ BC ਦੇ ਵਿੱਚ, ਤੇ 41 ਟੋਟਲ ਇਹੋ ਜਿਹੀਆਂ ਮਿੱਲਾਂ ਹੈਗੀਆਂ ਜਿਹੜੀਆਂ ਜਾਂ ਤਾਂ ਬੰਦ ਹੋਣ ਵਾਲੀਆਂ, ਜਾਂ ਜਿਹੜੀਆਂ ਮਤਲਬ ਕਿ ਆਲਮੋਸਟ 10,000 ਜਿਹੜੀਆਂ ਜੌਬਸ ਹੈ ਉਹ ਆਪਣੀਆਂ ਲੂਜ਼ ਹੋ ਗਈਆਂ। ਔਰ ਇੰਨਾ ਕੁ ਜ਼ਿਆਦਾ ਤਹਿਸ ਨਹਿਸ ਉਹ ਜਿਹੜਾ ਆਪਣਾ ਹੋ ਰਿਹਾ ਕਿੱਤਾ ਜਿਹੜਾ ਫੋਰੈਸਟਰੀ ਦਾ ਹੈਗਾ, ਉਹਦੇ ਵਿੱਚ ਬਰਾੜ ਸਾਹਿਬ ਤੁਸੀਂ ਇਹ ਦੱਸੋ ਵੀ ਪਿਛਲੇ 3 ਸਾਲਾਂ ਦੇ ਵਿੱਚ ਤੁਹਾਡੀ ਸਰਕਾਰ ਨੇ ਕੀ ਕੀਤਾ। ਔਰ ਮੈਂ ਡਾਟਾ ਇਹ 2019 ਦਾ ਪੇਸ਼ ਕਰ ਰਿਹਾ, ਤੁਸੀਂ ਪੁਰਾਣੀ ਤੇ ਨਾ ਜਾਇਓ। ਔਰ ਜੇ ਤੁਸੀਂ ਇਹਦੇ ਵਿੱਚ ਸਿਰਫ ਪੁਰਾਣੀ ਤੇ ਜਿਹੜਾ ਜਾਣਾ ਔਖਾ ਲੱਗਦਾ। ਹਾਂਜੀ, ਨਹੀਂ 2019 ਤੋਂ ਮੈਂ ਡਾਟਾ ਤੁਹਾਨੂੰ ਪੇਸ਼ ਕਰ ਰਿਹਾ ਵੀ 2019 ਤੁਹਾਡੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਸੀਗੇ। ਅਸੀਂ ਜੀ 3 ਸਾਲਾਂ ਦੇ ਵਿੱਚ ਲਿਬਰਲ ਦੀ ਜਿਹੜੀ ਕ੍ਰੀਏਟ ਕੀਤੀ ਮੈਸ ਆ, ਹਰ ਫੀਲਡ ਦੇ ਵਿੱਚ, ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਉਹ ਹੈਲਥ ਕੇਅਰ ਹੈ, ਚਾਹੇ ਉਹ ਫੋਰੈਸਟਰੀ ਹੈ, ਉਹ 3 ਸਾਲਾਂ 'ਚ ਤਾਂ ਮੈਸ ਹੀ ਕਲੀਨ ਕੀਤੀ ਹੈ ਅਸੀਂ। ਇਹ ਅੰਕੜੇ 3 ਸਾਲਾਂ ਦੇ ਦੇ ਰਹੇ, ਮੈਂ ਉਦੋਂ ਅਗਲੇ ਦੇਣ ਲੱਗਿਆ ਤੁਹਾਨੂੰ 16 ਸਾਲਾਂ ਦੇ। 30,000 ਫੋਰੈਸਟ ਜਿਹੜਾ ਵਰਕਰ ਸੀਗਾ, ਇਹਨਾਂ ਨੇ ਗਲ ਵੱਢਿਆ ਉਹਦਾ ਐਂ ਕਰਕੇ ਉਹਨੂੰ ਬੇਰੁਜ਼ਗਾਰ ਕੀਤਾ। 30,000 ਮੈਕਸਿਮਮ ਜੌਬ ਕ੍ਰੀਏਸ਼ਨਸ ਜਿਹੜੀਆਂ ਉਹ ਲਿਬਰਲ ਗਵਰਨਮੈਂਟ ਦੇ ਅੰਡਰ ਹੋਈਆਂ ਹੈਗੀਆਂ ਫੋਰੈਸਟਰੀ ਦੇ ਵਿੱਚ। ਮੈਕਸਿਮਮ ਮਿਲ ਬੰਦ ਕੀਤੀ, 100 ਮਿਲ ਬੰਦ ਕੀਤੀ ਗਈ, 30,000 ਵਰਕਰ ਦਾ ਗਲ ਵੱਢਿਆ ਗਿਆ। ਲਿਬਰਲ ਨੇ ਇੱਥੋਂ ਜਿਹੜੀਆਂ ਲੌਗ ਸੀਗੀਆਂ ਚੱਕ ਕੇ ਚਾਈਨਾ ਨੂੰ ਦਿੱਤੀਆਂ ਗਈਆਂ, ਇੱਥੇ ਮਿਲਾਂ ਬੰਦ ਕੀਤੀਆਂ ਗਈਆਂ ਜਾਣ ਕੇ ਕਿ ਵੀ ਫੋਰੈਸਟਰੀ ਵਰਕਰ ਜਿਹੜੇ ਹੈਗੇ ਆ ਉਹ ਯੂਨੀਅਨ ਮੈਂਬਰ ਆ, ਉਹਨਾਂ ਕੋਲ ਚੰਗੀਆਂ ਜੌਬਾਂ ਨੇ, ਉਹ ਖਤਮ ਕਰੋ। ਕਿ ਉਹਨਾਂ ਦਾ ਇਹ ਇਸ ਪਾਰਟੀ ਦਾ ਹੈਗਾ ਆਪਣਾ ਤੁਹਾਡਾ ਇਤਿਹਾਸ ਇਹ ਹੈ। ਜਿਹੜਾ ਤੁਹਾਡਾ ਲੌਗਾਂ ਜਿਹੜੀਆਂ ਤੁਸੀਂ ਕੰਟਰੈਕਟ ਕੀਤੇ ਹੋਏ ਆ ਪੁਰਾਣੇ ਜਿਹੜੇ ਚੱਲੀ ਆਉਂਦਾ ਹੈ, ਉਹ ਜਿਹੜਾ 3 ਸਾਲ ਲੱਗਦੇ ਉਹਨੂੰ ਮੈਸ ਕਲੀਨ ਕਰਨ ਵਾਸਤੇ, ਅਸੀਂ ਹੁਣ ਆ ਕੇ ਜਿਹੜੀਆਂ ਨਵੀਆਂ ਚੇਂਜਸ ਕਰ ਰਹੇ ਹਾਂ। ਅਸੀਂ ਜਿਹੜੀਆਂ ਹੁਣ ਤਬਦੀਲੀਆਂ ਕਰਕੇ ਹੁਣ ਵਰਕਰਸ ਨੂੰ ਪ੍ਰੋਟੈਕਟ ਕਰ ਰਹੇ ਹਾਂ, ਔਰ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਵਾਸਤੇ ਜਿਹੜਾ ਵਰਕਰ ਵਾਸਤੇ ਕੰਮ ਕਰ ਰਹੇ ਹਾਂ, ਮਿੱਲਾਂ ਨੂੰ ਸਪੋਰਟ ਵਾਸਤੇ ਕੰਮ ਕਰ ਰਹੇ ਹਾਂ। ਲੋਕਲ ਜਿਹੜੀ ਹੈਗੀ ਹੈ ਮਿਲ ਖੋਲ ਕੇ ਦਰਸ਼ਕੋ ਦੇਖੋ, ਆ ਸਾਡੇ ਮਾਨਯੋਗ ਜਗਰੂਪ ਬਰਾੜ ਜੀ ਕਹਿ ਰਹੇ ਆ ਕਿ ਅਸੀਂ 41 ਮਿੱਲਾਂ ਬੰਦ ਕਰਕੇ ਜਿਹੜਾ BC ਦੇ ਵਿੱਚੋਂ ਮੈਸ ਜਿਹੜਾ ਉਹ ਕਲੀਨ ਕਰਤਾ ਹੈਗਾ। ਦੇਖੋ ਜੀ, ਆਹ ਮੈਸ ਕਲੀਨ ਹੋ ਰਿਹਾ ਹੈਗਾ। ਜ਼ਿਆਦਾ ਬੋਲਣ ਦੇ ਨਾਲ ਵੋਟਰ ਜਿਹੜੇ ਪ੍ਰਭਾਵਿਤ ਨਹੀਂ ਹੁੰਦੇ। ਬਿਲਕੁਲ ਹੀ ਨਹੀਂ ਜੀ, ਮੈਂ ਤਾਂ ਕਹਿ ਕਰਨਾ ਹੀ ਨਹੀਂ ਜੀ, ਬੋਲ ਕੇ ਤਾਂ ਕਰਨਾ ਹੀ ਨਹੀਂ। ਉਹ ਦੇਖ ਰਹੇ ਸਾਰੇ ਜਾਣਦੇ ਆ, ਜੇ ਤੁਸੀਂ ਆਖੋ ਨਾ ਵੀ ਬਾਰ-ਬਾਰ ਅਸੀਂ ਜ਼ਿਆਦਾ ਬੋਲੀ ਜਾਈਏ ਉਹਦੇ ਵਕਤ ਪ੍ਰਭਾਵਿਤ ਨਹੀਂ ਹੁੰਦੇ ਹੈਗੇ। ਬਿਲਕੁਲ ਜੀ, ਬਿਲਕੁਲ। ਤੁਹਾਡੇ ਕੋਲ ਸਮਾਂ ਹੈ ਜੇ ਗੱਲ ਕਰਨ ਦਾ? ਮੈਂ ਤਾਂ ਠੀਕ ਹੈ ਜੀ, ਕਹਿੰਦੇ ਬੋਲੋ ਨਾ ਜੀ। ਸੋ ਜੀ ਜਿਹੜਾ ਹੈਗਾ ਉਹ ਜਿਹੜੀ ਮੈਸ ਹੈ ਉਹਨੂੰ ਕਲੀਨ ਕੀਤਾ। ਹੁਣ ਅਸੀਂ ਵਰਕਰਸ ਵਾਸਤੇ ਪ੍ਰੋਗਰਾਮ ਪੈਦਾ ਕੀਤੇ ਹੈ, ਅਸੀਂ ਫੋਰੈਸਟਰੀ ਨੂੰ ਰਿਵਾਈਵ ਕਰ ਰਹੇ ਹਾਂ ਬੜੇ ਸਭ ਚਿਰ ਤੋਂ ਬਾਅਦ। ਜੀ ਜਗਰੂਪ ਬਰਾੜ ਜੀ, ਅਗਲੇ ਤੁਸੀਂ ਸਵਾਲ ਜਿਹੜਾ ਹੈ ਉਹ ਗੈਰੀ ਥਿੰਦ ਜੀ ਨੂੰ ਕਰ ਸਕਦੇ ਹੋ। 2 ਮਿੰਟ ਹਜੇ ਵੀ ਤੁਹਾਡੇ ਦੋਨਾਂ ਕੋਲ ਹੈ। ਮੈਂ ਸਵਾਲ ਜ਼ਰੂਰ ਕਰਦਾ ਜੀ, ਸਰੋਤੇ ਬਾਤ ਕਰ ਰਹੇ ਆ।
ਔਰ ਮੈਂ ਉਮੀਦ ਕਰਦਾ ਵੀ ਇਹ ਫਾਈਨਲੀ ਇੱਕ ਆਖਰੀ ਇਹਦੇ ਕੋਲ ਅਪਰਚੁਨਿਟੀ ਹੈਗੀ ਹੈ ਵੀ ਮੇਰੇ ਸਵਾਲ ਦਾ ਉੱਤਰ ਦੇ ਦੇ, ਜਾਂ ਕਿਤੇ ਹੋਰ ਹੀ ਜਿਹੜੀ ਖੁੱਦੋ ਖੁੱਡੀ ਖੇਡਣ ਲੱਗ ਜੇ ਖੱਬੇ ਸੱਜੇ ਜਾ ਕੇ। ਸਵਾਲ ਮੇਰਾ ਇਹ ਹੈ ਜੀ, ਟੈਕਸੀ ਇੰਡਸਟਰੀ ਜਿਹੜੀ ਹੈਗੀ ਹੈ, ਉਹ ਬਾਅਦ 'ਚ ਵੀ ਕਰ ਰਹੇ ਹੋਣੇ ਸਾਰੇ ਲੋਕ, ਟੈਕਸੀ ਇੰਡਸਟਰੀ ਜਿਹੜੀ ਹੈਗੀ ਬੜੀ ਮਹੱਤਵਪੂਰਨ ਇੰਡਸਟਰੀ ਹੈਗੀ ਹੈ। ਸਾਡੀ ਪੋਜੀਸ਼ਨ ਜਿਹੜੀ ਪਿਛਲੀ ਇਲੈਕਸ਼ਨ ਤੋਂ ਇਹ ਰਹੀ ਹੈ ਕਿ ਜਿਹੜੀ ਟੈਕਸੀ ਇੰਡਸਟਰੀ ਦੀਆਂ ਜੌਬ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ, ਔਰ ਉਹਦੇ ਨਾਲ ਨਾਲ ਲੋਕਾਂ ਨੂੰ ਜਿਹੜੀ ਹੈਗੀ ਹੈ ਰਾਈਡ ਹੇਲਿੰਗ ਮੁਹੱਈਆ ਕਰਨੀ ਉਹ ਵੀ ਜ਼ਰੂਰੀ ਹੈ। ਉਹਦੇ ਵਾਸਤੇ ਇੱਕ ਫੇਅਰ ਸਿਸਟਮ ਲਿਆਉਣਾ ਉਹ ਜ਼ਰੂਰੀ ਹੈ। ਲਿਬਰਲ ਦੀ ਪੋਜੀਸ਼ਨ ਇਹ ਰਹੀ ਹੈ ਜੀ ਕਿ ਅਸੀਂ ਕੋਈ ਰੈਗੂਲੇਸ਼ਨ ਨਹੀਂ ਰੱਖਣੀ, ਜਿਹੜਾ ਕਲਾਸ 5 ਲਾਇਸੈਂਸ ਰੱਖਣਾ, ਕਲਾਸ 4 ਲਾਇਸੈਂਸ ਉਡਾ ਦੇਣਾ ਅਸੀਂ, ਅਤੇ ਅਸੀਂ ਜਿਹੜਾ ਊਬਰ ਅਤੇ ਲਿਫਟ ਨੂੰ ਖੁੱਲ੍ਹੀ ਛੁੱਟੀ ਦੇ ਦੇਣੀ ਹੈ, ਜਿਹਦੇ ਨਾਲ ਟੈਕਸੀ ਇੰਡਸਟਰੀ ਦੀ ਮੌਤ ਹੋ ਜਾਣੀ ਹੈ ਕੰਪਲੀਟਲੀ। ਇਹ ਲਿਬਰਲ ਦੀ ਪੋਜੀਸ਼ਨ ਰਹੀ 2017 ਦੀ ਵੀ ਹੈ ਅਤੇ ਅੱਜ ਦੀ ਵੀ ਹੈ। ਵਿਧਾਨ ਸਭਾ ਦੇ ਵਿੱਚ ਜਿਹੜਾ ਆਪਣੇ ਜੌਨ ਸਾਹਿਬ ਇੱਕ ਨਹੀਂ 1000 ਵਾਰੀ ਬੋਲੇ ਹੈ ਕਿ ਜਦੋਂ ਅਸੀਂ ਪਾਵਰ ਦੇ ਵਿੱਚ ਆ ਕੇ ਕਲਾਸ 5 ਲਾਇਸੈਂਸ ਕਰਕੇ ਟੈਕਸੀ ਇੰਡਸਟਰੀ ਦਾ ਅਸੀਂ ਕੋਈ ਪਰਵਾਹ ਨਹੀਂ ਕਰਨੀ। ਇਹ ਨਾਲੇ ਟੈਕਸੀ ਇੰਡਸਟਰੀ ਨੂੰ ਕਹਿੰਦੇ ਇੱਕ ਜੁੰਡਲੀ ਹੈ, ਇੱਕ ਕਾਟਲ ਹੈ, ਇਹ ਸ਼ਬਦ ਉੱਥੇ ਬੋਲਦੇ ਆ ਖੜ ਕੇ ਉਹ। ਸੋ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਅਸੀਂ ਉਹਦੀ ਥਾਂ ਦੇ ਉੱਤੇ ਕਲਾਸ 4 ਲਾਇਸੈਂਸ ਲਾਇਆ ਹੋਇਆ, ਉਹਨਾਂ ਦੀ ਇੰਸ਼ੋਰੈਂਸ ਦੋਨਾਂ ਦੀ ਕਿਲੋਮੀਟਰ 'ਤੇ ਕੀਤੀ ਹੋਈ ਹੈ, ਉਹਨਾਂ ਦੇ ਪੁਲਿਸ ਚੈੱਕ ਹੋ ਰਹੇ ਹੈ। ਜੇ ਕੋਈ ਇਲੀਗਲ ਜਿਹੜੀ ਰਾਈਡ ਹੇਲਿੰਗ ਕਰਦਾ ਹੈ ਤਾਂ ਉਹਨੂੰ $1000 ਜੁਰਮਾਨਾ ਕੀਤਾ ਹੋਇਆ, ਔਰ 2 ਇਸ਼ੂ ਹਾਲੇ ਤੱਕ ਬਾਕੀ ਹੈਗੇ ਆ। ਉਹਦੇ ਵਿੱਚ ਜਿਹੜੀ ਹੈਗੀ ਕੈਪ ਦਾ ਇਸ਼ੂ ਹੈ, ਔਰ ਉਹਦੇ ਨਾਲ ਡਰਾਈਵਿੰਗ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੀ ਇਨਕਮ ਦਾ ਇਸ਼ੂ ਹੈ। ਅਸੀਂ ਉਹਦੇ 'ਤੇ ਕੰਮ ਕਰ ਰਹੇ ਹਾਂ। ਸੋ ਬੜਾ ਕੰਮ ਹੋ ਚੁੱਕਿਆ, ਬੜਾ ਕੰਮ ਹੋਰ ਹੋਣ ਵਾਲਾ, ਤਾਂ ਕਿ ਜਿਹੜੀ ਟੈਕਸੀ ਇੰਡਸਟਰੀ ਹੈ ਉਹਨੂੰ ਬਚਾਇਆ ਜਾ ਸਕੇ ਔਰ ਕੋਈ ਬੈਲੈਂਸ ਜਿਹੜਾ ਲੈਵਲ ਪਲੇਇੰਗ ਫੀਲਡ ਲਿਆਂਦਾ ਜਾ ਸਕੇ। ਮੈਂ ਇਹਨਾਂ ਨੂੰ ਪੁੱਛਦਾ, ਸਿੰਪਲ ਸਵਾਲ ਇਹ ਹੈ ਕਿ ਕੀ ਇਹਨਾਂ ਦੀ ਸਰਕਾਰ ਜਿਹੜੀ ਹੈਗੀ ਹੈ, ਜਿਹੜੀ ਉਹਦੀ ਪੋਜੀਸ਼ਨ ਹੈ ਹੁਣ ਤੱਕ ਵੀ ਅਸੀਂ ਟੋਟਲ ਡੀਰੈਗੂਲੇਸ਼ਨ ਕਰਕੇ ਕਲਾਸ 5 ਲਾਇਸੈਂਸ ਲਾਗੂ ਕਰਾਂਗੇ, 4 ਨਹੀਂ ਕਰਨਾ, ਕੀ ਇਹ ਕਲਾਸ 5 ਦੇ ਹੱਕ 'ਚ ਹੈ ਕਿ 4 ਦੇ ਹੱਕ 'ਚ ਹੈ? ਬੈਲੈਂਸਡ ਲੈਵਲ ਪਲੇਨ ਫੀਲਡ ਦੀ ਗੱਲ ਕਰ ਰਹੇ ਆ ਜੀ ਬਰਾੜ ਸਾਹਿਬ। ਇਹਨਾਂ ਦਾ ਦਾਅਵਾ ਸੀਗਾ ਹੱਥ ਖੜੇ ਕਰਕੇ ਹਰੇਕ ਪੰਜਾਬੀ ਮੀਡੀਆ ਤੇ, ਔਰ ਤੁਸੀਂ ਵੀ ਇੱਥੇ ਰਿਕਾਰਡਿੰਗ ਕੱਢ ਕੇ ਦੇਖ ਲਿਓ, ਤੁਹਾਡੇ ਚੈਨਲ ਦੀ ਹੋਊਗੀ, ਕਿ ਅਸੀਂ ਸਰੀ ਦੇ ਵਿੱਚ ਉਬਰ ਨਹੀਂ ਆਣ ਦਿਆਂਗੇ, ਅਸੀਂ ਸਰੀ ਦੇ ਵਿੱਚ ਲਿਫਟ ਨਹੀਂ ਆਣ ਦਿਆਂਗੇ। ਬਰਾੜ ਸਾਹਿਬ ਹੁਣ ਮੈਨੂੰ ਬੋਲ ਲੈਣ ਦਿਓ, ਤੁਸੀਂ ਜਿੰਨੀ ਦੇਰ ਬੋਲੇ ਹੋ, ਤੁਸੀਂ ਜਿੰਨੀ ਦੇਰ ਬੋਲੇ ਹੋ, ਮੈਂ ਵਿੱਚ ਬੋਲਿਆ ਨਹੀਂ। ਹੁਣ ਲੈਟ ਮੀ ਸਪੀਕ। ਬਰਾੜ ਸਾਹਿਬ ਸਤਿਕਾਰ, ਕਿਤੇ ਬਿਲਕੁਲ ਨਹੀਂ ਹੈਗਾ, ਬਹੁਤ ਸਤਿਕਾਰ ਕਰਦਾ ਤੁਹਾਡਾ, ਲੈਟ ਮੀ ਸਪੀਕ। ਪਰ ਝੂਠ ਨਾ ਬੋਲ। ਝੂਠ ਨਹੀਂ ਬੋਲ ਰਿਹਾ, ਕਿਉਂਕਿ ਇੱਥੇ ਮੈਂ ਰਿਕਾਰਡਿੰਗ ਹੁਣੇ ਮੈਂ ਇੱਥੋਂ ਨਿਕਲਦੇ ਸਾਰੀ ਤੁਹਾਡੀ ਫੇਸਬੁੱਕ ਪੇਜ ਤੇ ਪਾਊਂਗਾ ਰਿਕਾਰਡਿੰਗ ਤੁਹਾਡੀ ਜਿਹੜੀ ਪਲੇ ਜ਼ਰੂਰ ਪਾਇਓ, ਐਬਸੋਲੂਟਲੀ ਪਾਊਂਗਾ। ਤੁਸੀਂ ਹਰੇਕ ਜਿਹੜਾ ਰੇਡੀਓ ਸਟੇਸ਼ਨ ਤੇ ਹਰੇਕ ਟੀਵੀ ਸਟੇਸ਼ਨ ਤੇ ਜਾ ਕੇ ਕਿਹਾ ਅਸੀਂ ਤੁਹਾਡੀ ਟੈਕਸੀ ਵਾਲਿਆਂ ਦੀ ਬਾਹ ਫੜਦੇ ਹਾਂ, ਅਸੀਂ ਇੱਥੇ ਉਬਰ ਨਹੀਂ ਆਉਣ ਦਿਆਂਗੇ। ਉਹੀ ਜਿਹੜਾ ਰੀਜ਼ਨ ਸੀਗਾ ਸਾਡੇ ਫਲੀਟਵੁੱਡ ਦੇ ਜਿਹੜੇ ਜਿੰਨੇ ਉੱਥੇ ਬਹੁਤ ਵੱਡਾ ਭਾਈਚਾਰਾ ਜਿਹੜਾ ਟੈਕਸੀ ਡਰਾਈਵਰਾਂ ਦਾ ਰਹਿੰਦਾ, ਟੈਕਸੀ ਮਾਲਕਾਂ ਦਾ ਰਹਿੰਦਾ, ਉਹਨਾਂ ਨੇ ਸਾਰਿਆਂ ਨੇ ਬਰਾੜ ਸਾਹਿਬ ਨੂੰ ਹੱਥਾਂ 'ਤੇ ਚੱਕ ਲਿਆ ਵੀ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ, ਇਹ ਸਾਡੀ ਬਾਹ ਫੜਦੇ ਆ। 2 ਮੁੱਦੇ ਨਹੀਂ ਸਿਰਫ ਰਹਿ ਗਏ ਜਿਹੜੇ ਜਿਨ੍ਹਾਂ 'ਤੇ ਤੁਸੀਂ ਕੰਮ ਕਰਨਾ ਰਹਿ ਗਿਆ। 17 ਮੁੱਦਿਆਂ ਦੀ ਲਿਸਟ ਮੇਰੇ ਕੋਲੇ ਸਾਹਮਣੇ ਪਈ ਆ। ਸਾਡੀ ਮੀਟਿੰਗ ਹੋਈ ਹਰੇਕ ਟੈਕਸੀ ਓਨਰ ਦੇ ਨਾਲ, ਹਰੇਕ ਟੈਕਸੀ ਕੰਪਨੀ ਨਾਲ। ਸਾਡੇ ਮਾਨਯੋਗ ਐਂਡਰਿਊ ਵਿਲਕਨਸਨ ਉੱਥੇ ਖੜੇ ਸੀਗੇ, ਸਾਡਾ ਸਰੀ ਦਾ ਹਰੇਕ ਜਿਹੜਾ ਉੱਥੇ ਕੈਂਡੀਡੇਟ ਆ ਉਹ ਵੀ ਉੱਥੇ ਖੜਾ ਸੀਗਾ, ਤੇ ਅਸੀਂ ਉਹਨਾਂ ਦੇ ਨਾਲ ਕੱਲੀ ਗੱਲ ਦੇ ਉੱਤੇ ਵਾਰਤਾਲਾਪ ਕੀਤੀ ਆ। ਬਰਾੜ ਸਾਹਿਬ ਲੈਟ ਮੀ ਫਿਨਿਸ਼ 17 ਇਸ਼ੂ ਉਹਨਾਂ ਦੇ ਹਲੇ ਵੀ ਖੜੇ ਆ, ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਾਂਗੇ ਜਿੱਦਾਂ ਹੀ ਸਾਡੀ ਸਰਕਾਰ ਬਣਦੀ ਆ। 3 ਸਾਲ ਹੋ ਗਏ ਜੀ ਸਰਕਾਰ ਬਣੀ ਨੂੰ। ਕਲਾਸ 4 5 ਉਹਨਾਂ ਦੇ ਜਿਹੜੇ ਇਸ਼ੂ ਹੈਗੇ ਉਹਨਾਂ ਦੇ ਜਿਹੜੇ ਇਸ਼ੂ ਆ, ਇੱਕ ਵੀ ਇਸ਼ੂ ਉਹਨਾਂ ਨੇ ਜਿਹੜਾ ਰਿਜ਼ੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਤੁਸੀਂ 5 ਕਲਾਸ ਲੈ ਕੇ ਆਉਣਾ, ਤੇ ਨਹੀਂ ਲੈ ਕੇ ਆਉਣਾ ਜੀ। ਕਲਾਸ 4 ਹੀ ਚੱਲੂਗਾ, ਪਰ ਮੈਂ ਹਲੇ ਸਟੇਟਮੈਂਟ ਨਹੀਂ ਦਿੰਦਾ ਕਿਉਂਕਿ ਸਾਡਾ ਪਲੇਟਫਾਰਮ ਜਿਹੜੇ ਪਲੇਟਫਾਰਮ ਦੇ ਹੈ ਨਹੀਂ ਗਾ, ਸਾਡੇ ਪਲੇਟਫਾਰਮ ਵਿੱਚ 17 ਆਈਟਮਾਂ ਹੋਣਗੀਆਂ, ਉਹਨਾਂ ਦੀ ਇੱਕ ਆਈਟਮ ਗੈਰੀਥਨ ਜੀ ਜਗਰੂ ਬਰਾੜ ਜੀ 17 ਆਈਟਮਾਂ ਜਿਹੜੀਆਂ ਉਹਦੇ ਵਿੱਚ ਅਸੀਂ ਲਿਖਾਂਗੇ। ਕਲਾਸ 4 ਔਰ 5 ਸਰ ਫਿਲਹਾਲ ਇੱਥੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗੈਰੀਥਨ ਜੀ ਰੋਕਣ ਨੂੰ ਜੀ ਜਗਰੂ ਬਰਾੜ ਜੀ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਜੀ ਸਰ, ਬਿਲਕੁਲ ਇਹ ਕਹਿੰਦੇ ਜੀ ਅਸੀਂ ਉਹਨਾਂ ਸਰ ਬਿਲਕੁਲ ਰੋਕਣ ਨੂੰ ਸਾਡਾ ਵੀ ਦਿਲ ਨਹੀਂ ਕਰ ਰਿਹਾ, ਪਰ ਅੱਗੇ ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਸੋ ਇਸ ਡਿਬੇਟ ਦੀ ਕਲੋਜ਼ਿੰਗ ਦੇ ਵਿੱਚ ਫਿਲਹਾਲ 1 ਮਿੰਟ ਹਜੇ ਤੁਹਾਡੇ ਕੋਲ ਹੈ, ਜਿਹੜਾ ਤੁਸੀਂ ਲੋਕਾਂ ਦੇ ਮੁਖਾਤਿਬ ਹੋ ਸਕਦੇ ਹੋ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਆਪਣਾ ਮੈਸੇਜ ਕਨਵੇ ਕਰ ਸਕਦੇ ਹੋ। ਜਗਰੂ ਬਰਾੜ ਜੀ ਪਲੀਜ਼। ਮੈਨੂੰ ਜੀ ਸਰੀ ਦੇ ਲੋਕਾਂ ਨੇ 4 ਵਾਰੀ ਚੁਣ ਕੇ ਆਪਣਾ ਨੁਮਾਇੰਦਾ ਮੇਰਾ ਬਹੁਤ ਵੱਡਾ ਮਾਣ ਕੀਤਾ। ਮੈਂ ਸਰੀ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ, ਔਰ ਮੈਂ ਕੋਸ਼ਿਸ਼ ਕੀਤੀ ਹੈ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਦੇ ਬਾਹਰ ਜਿਹੜੀ ਹੈਗੀ ਹੈ ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਜਿਹੜੀ ਬੁਲੰਦ ਕਰਨ ਵਾਸਤੇ। ਉਹਦਾ ਜਿਹੜਾ ਰਿਜ਼ਲਟ ਵੀ ਹੈਗਾ ਜੀ, ਸਰੀ ਦੇ ਵਿੱਚ ਨਵਾਂ ਹਸਪਤਾਲ ਬਣਨ ਜਾ ਰਿਹਾ ਹੈ। ਸਰੀ ਦੇ ਵਿੱਚ $403 ਮਿਲੀਅਨ ਜਿਹੜਾ ਨਵੇਂ ਸਕੂਲਾਂ ਵਾਸਤੇ ਦਿੱਤਾ ਗਿਆ। 3 ਸਾਲਾਂ ਦੇ ਵਿੱਚ 16 ਨਵੇਂ ਜਾਂ ਪੁਰਾਣੇ ਸਕੂਲਾਂ ਦੇ ਵਿੱਚ ਐਡੀਸ਼ਨ ਹੋ ਰਹੀ ਹੈ। ਸਰੀ ਦੇ ਵਿੱਚ ਸਕਾਈ ਟ੍ਰੇਨ ਬਣ ਜਾ ਰਹੀ ਹੈ। ਸਰੀ ਦੇ ਵਿੱਚ ਪਟੋਲੋ ਬ੍ਰਿਜ ਬਣ ਜਾ ਰਿਹਾ। ਸਰੀ ਦੇ ਵਿੱਚ ਟੋਲ ਚੱਕੇ ਜਾ ਚੁੱਕੇ ਹੈ,
ਔਰ ਸਰੀ ਦੇ ਵਿੱਚ ਜਿਹੜਾ ਊਬਰ ਤੇ ਟੈਕਸੀ ਇੰਡਸਟਰੀ ਤੇ ਜਿਹੜੇ ਟਰੱਕਿੰਗ ਇੰਡਸਟਰੀ ਹੈ ਉਹਦੇ ਉੱਤੇ ਬਹੁਤ ਸਾਰੇ ਕੰਮ ਹੋ ਚੁੱਕੇ, ਕੁਝ ਕੰਮ ਰਹਿੰਦੇ ਆ। ਇਹ ਸਾਰੇ ਕੰਮ ਜਿਹੜੇ ਹੈਗੇ 3.5 ਸਾਲਾਂ ਦੇ ਵਿੱਚ ਹੋਏ ਆ। 16 ਸਾਲਾਂ ਦੇ ਵਿੱਚ ਇਹਨਾਂ ਨੇ ਮੈਨੂੰ ਦੱਸ ਦੇਣ ਵੀ ਕਿਹੜੇ ਕੰਮ ਕੀਤੇ 16 ਸਾਲਾਂ ਦੇ ਵਿੱਚ। ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ 24 ਜਿਹੜਾ ਅਕਤੂਬਰ ਹੈ ਉਹਦੇ ਵਿੱਚ ਮੈਨੂੰ ਦੁਬਾਰਾ ਮੌਕਾ ਦਿੰਦੇ ਆ ਤੇ ਮੈਂ ਜਿਹੜਾ ਉਹਨਾਂ ਦੀ ਆਵਾਜ਼ ਇਸੇ ਤਰੀਕੇ ਨਾਲ ਦੁਬਾਰਾ ਫੇਰ ਉਹ ਬੁਲੰਦ ਕਰਦਾ ਰਹੂੰਗਾ। ਜੀ ਗੈਰੀਥਨ ਜੀ ਕੀ ਕਹਿਣਾ ਦੇਖੋ ਜੀ, ਚਾਹੋਗੇ? ਪਹਿਲਾਂ ਤਾਂ ਸਾਰੇ ਪੈਨਲਸ ਦਾ ਸੋਤਾ ਸਾਹਿਬ, ਸ਼ੇਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਡਿਬੇਟ ਦੇ ਲਈ। ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਵੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਰਾੜ ਸਾਹਿਬ ਨੂੰ 4 ਮੌਕੇ ਦਿੱਤੇ, 3 ਵਾਰੀ ਇਹ ਓਪੋਜੀਸ਼ਨ 'ਚ ਬੈਠੇ ਸੀਗੇ, 1 ਵਾਰੀ ਬਰਾੜ ਸਾਹਿਬ ਉੱਥੇ ਆਪਣੀ ਗਵਰਨਮੈਂਟ ਵੀ ਜਾ ਕੇ ਬੈਠੇ ਆ ਇਹ ਗਵਰਨਮੈਂਟ ਬਣ ਕੇ, 4ਥੀ ਵਾਰੀ MLA ਬਣਿਆ ਹੋਵੇ। ਮੈਨੂੰ ਦੱਸੋਗੇ ਬਰਾੜ ਸਾਹਿਬ ਕਿਹੜਾ ਮੰਤਰੀ ਮੰਡਲ ਤੁਹਾਨੂੰ ਮਿਲਿਆ ਸੀਗਾ? ਸੋ ਚੁਆਇਸ ਜਿਹੜੀ ਤੁਹਾਡੇ ਹੱਥ ਦੇ ਵਿੱਚ ਹੈ, ਕਿਉਂਕਿ ਤੁਸੀਂ ਨੁਮਾਇੰਦੇ ਉਹ ਲੈ ਕੇ ਆਓ ਜਿਹੜੇ ਤੁਹਾਨੂੰ ਐਕਚੁਅਲੀ ਰਿਪਰੈਜ਼ੈਂਟ ਕਰ ਸਕਣ ਉੱਥੇ ਵਿਕਟੋਰੀਆ ਦੇ ਵਿੱਚ ਜਾ ਕੇ, ਜਿਹੜੀ ਤੁਹਾਡੀ ਆਵਾਜ਼ ਬੁਲੰਦ ਕਰ ਸਕਣ। ਸਿਰਫ ਉੱਥੇ ਤਾੜੀ ਮਾਰ ਕੇ ਜਾਂ ਮੇਜ਼ ਖੜਕਾ ਕੇ ਵਾਪਸ ਆਉਣ ਵਾਲੇ ਜਿਹੜੇ ਨੁਮਾਇੰਦੇ ਸਾਨੂੰ ਨਹੀਂ ਚਾਹੀਦੇ। ਜਿਹੜੀ ਨਵੀਂ ਕੁਛ ਨੁਮਾਇੰਦੇ ਹੈਗੇ ਆ, ਜਿਹੜੇ ਕੁਛ ਐਕਚੁਅਲੀ ਕਮਿਊਨਿਟੀ ਲਈ ਕਰਨਾ ਚਾਹੁੰਦੇ ਆ, ਜਿਹੜੇ ਕਿ ਕਮਿਊਨਿਟੀ ਦੇ ਨਾਲ ਗ੍ਰਾਸ ਰੂਟ ਲੈਵਲ ਤੇ ਜੁੜੇ ਹੋਏ, ਚਾਹੇ ਉਹ ਪਿੰਗਲਵਾੜਾ ਹੋਵੇ, ਚਾਹੇ ਉਹ ਰੋਟਰੀ ਕਲੱਬ ਹੋਵੇ, ਚਾਹੇ ਉਹ ਸਰੀ ਮੈਮੋਰੀਅਲ ਹਸਪੀਟਲ ਦੀ ਫੰਡਿੰਗ ਹੋਵੇ, ਤੁਸੀਂ ਉਹ ਜਿਹੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਓ। ਵੋਟ ਜ਼ਰੂਰ ਪਾਓ ਕਿਉਂਕਿ ਇਹ ਹੱਕ ਬਹੁਤ ਮੁਸ਼ਕਿਲ ਨਾਲ ਮਿਲਿਆ। 15 ਤੋਂ 21 ਤੱਕ ਐਡਵਾਂਸ ਪੋਲ ਹੈ, 24 ਅਕਤੂਬਰ ਨੂੰ ਵੋਟਾਂ ਹੈਗੀਆਂ। ਗੈਰੀ ਥਿੰਦ, ਸਰੀ ਫਲੀਟਵੁੱਡ, BC ਲਿਬਰਲ ਕੈਂਡੀਡੇਟ, ਪਲੀਜ਼ ਵੋਟ ਜੀ। ਸੋ ਗੈਰੀਥਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਡਿਬੇਟ ਦਾ ਹਿੱਸਾ ਬਣਨ ਦੇ ਲਈ। ਜਗਰੂ ਬਰਾੜ ਜੀ ਬਹੁਤ ਬਹੁਤ ਸ਼ੁਕਰੀਆ ਚੈਨਲ ਪੰਜਾਬੀ ਦੀ ਇਸ ਡਿਬੇਟ ਦਾ ਤੁਸੀਂ ਹਿੱਸਾ ਬਣੇ ਹੋ, ਜਨਤਾ ਦੇ ਮੁਖਾਤਿਬ ਹੋਏ ਹੋ। ਔਰ ਫਿਲਹਾਲ ਸਰੀ ਫਲੀਟਵੁੱਡ ਹਲਕੇ ਦੀ ਇੱਥੇ ਗੱਲ ਹੋ ਰਹੀ ਸੀਗੀ। ਸਰੀ ਫਲੀਟਵੁੱਡ ਹਲਕੇ ਦੀ ਜਿਹੜੀ ਡਿਬੇਟ ਕਰਵਾਈ ਗਈ ਤਾਂ ਉਸ ਦੇ ਵਿੱਚ ਜ਼ਿਆਦਾਤਰ ਇਹ ਦੇਖਣ ਨੂੰ ਮਿਲਿਆ ਕਿ ਦੋਵੇਂ ਜਿਹੜੇ ਕੈਂਡੀਡੇਟਸ ਕਹਿ ਸਕਦੇ ਹਾਂ ਮੇਨੋ ਮੇਨੀ ਕਾਫੀ ਹੋਏ ਨੇ। ਮੁੱਦਿਆਂ ਦੀ ਜਦੋਂ ਜੰਗ ਛਿੜੀ, ਕਿਉਂਕਿ ਤਜਰਬੇਕਾਰ ਨੇ ਦੋਵੇਂ, ਕਾਫੀ ਜ਼ਿਆਦਾ ਤਜਰਬਾ ਰੱਖਦੇ ਨੇ ਸਿਆਸਤ ਦਾ, ਸੋ ਇੱਕ ਦੂਜੇ ਦੇ ਉੱਤੇ ਮੇਨੋ ਮੇਨੀ ਵੀ ਕਾਫੀ ਹੁੰਦੇ ਰਹੇ। ਮੁੱਦਿਆਂ ਦੇ ਉੱਤੇ ਗੱਲਬਾਤ ਵੀ ਜ਼ਰੂਰ ਕੀਤੀ ਗਈ ਹੈ। NDP ਦੇ ਉਮੀਦਵਾਰ ਜਗਰੂਪ ਬਰਾੜ ਹੋਰਾਂ ਨੇ ਜਿਸ ਤਰੀਕੇ ਨਾਲ ਚੈਲੰਜ ਕਰ ਦਿੱਤਾ ਹੈ ਲਿਬਰਲ ਦੇ ਉਮੀਦਵਾਰ ਗੈਰੀ ਥਿੰਦ ਹੋਰਾਂ ਨੂੰ, ਗੈਰੀ ਥਿੰਦ ਨੇ ਹਾਲਾਂਕਿ ਉਸ ਦੇ ਉੱਤੇ ਜਵਾਬ ਵੀ ਆਪਣਾ ਦਿੱਤਾ ਹੈ। ਸੋ ਹੁਣ ਵੋਟਰਸ ਹੀ ਇਸ ਸੀਟ ਦਾ, ਜਿਹੜਾ ਇਸ ਹਲਕੇ ਬਾਰੇ ਜਾਣਨਗੇ ਕਿ ਆਖਿਰਕਾਰ ਕਿਸ ਦੇ ਦਾਅਵਿਆਂ 'ਚ ਅਤੇ ਕਿਸ ਦੇ ਵਾਅਦਿਆਂ ਦੇ ਵਿੱਚ ਜਿਹੜਾ ਹੈ ਦਮ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।